जी का खालसा वाहिगुरु जी की फतेह। सारी संगत नू इस गुरु नानक दी फुलवाड़ी दे विच जी आयां नू वेलकम। और जिस तरीके दे नाल हरि दा जस गा रहे हैं, सुन रहे हैं, विचार रहे हैं और उस प्रभु परमेश्वर दे दर्शन दीदारियां वास्ते यतनशील हाँ। मन दे विच खोज दी एक ख्वाहिश है, अंदरों एक वलवला है और उस गुरु दर्शन वास्ते असी सारे यतनशील हाँ। इस कड़ी दे विच साडे वीर ज्ञानी गुरमुख सिंह जी जो कि बड़े ही निर्मल तरीके दे नाल और अद्भुत सब्जेक्ट्स नू लैके जेड़े कि जनरली बड़े ही मैं कहांगा रुखे जे लगदे हन। दसम द्वार, 5 वाइसेस, काम, क्रोध, लोभ, मोह, हंकार, ये सारिया चीज़ां नू जो बड़ियां सिंपल लगदियां सी रोज गल करदे हां, लेकिन वो साडे विचों निकलदियां नहीं हैगियां। ਉਹਦੇ ਵਿੱਚ ਸਾਨੂੰ ਅੱਜ ਚਾਨਣ ਪਾਣਗੇ ਸਾਡੇ ਵੀਰ ਗਿਆਨੀ ਗੁਰਮੁਖ ਸਿੰਘ ਜੀ। ਓਵਰ ਟੂ ਯੂ ਗੁਰਮੁਖ ਸਿੰਘ ਜੀ, ਪਲੀਜ਼ ਕਮ ਫਾਰਵਰਡ। ਔਰ ਉਹ ਵਲਵਲੇ ਗੁਰਬਾਣੀ ਦੇ ਥਰੂ ਸਾਨੂੰ ਯਤਨਸ਼ੀਲ ਹੋ ਕੇ ਆਪਣੇ ਸ਼ੇਅਰ ਕਰੋ ਤਾਂ ਕਿ ਅਸੀਂ ਇਹਨਾਂ 5 ਵਾਇਸਿਸ ਨੂੰ ਜਿਹੜੀਆਂ ਤੁਹਾਡੀ ਮੈਨੂੰ ਗੱਲ ਬੜੀ ਪੁਰਾਣੀ ਯਾਦ ਹੈ ਕਿ ਤੁਸੀਂ ਕਿਹਾ ਇਹ ਇੱਕ ਐਸੈਂਸ਼ੀਅਲ ਚੀਜ਼ਾਂ ਹਨ, ਇਹ ਰਹਿਣਗੀਆਂ, ਲੇਕਿਨ ਇਹਦਾ ਇਸਤੇਮਾਲ ਜਿਹੜਾ ਹੈ ਨਾ ਉਹ ਬੜੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਔਰ ਸਮਝ ਨਾਲ ਕੀਤਾ ਜਾਏ ਤਾਂ ਕਿ ਅਸੀਂ ਉਹਨੂੰ ਕਿਸੇ ਚੀਜ਼ ਨੂੰ ਐਕਸੈਸ ਨਾ ਕਰੀਏ ਔਰ ਉਹ ਤਾਂ ਕਿ ਸਾਡੇ ਉੱਪਰ ਨੈਗੇਟਿਵੇਟ ਨਾ ਹੋ ਜਾਵੇ। ਤੇ ਓਵਰ ਟੂ ਯੂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ। ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪਿਆ ਭੀਤਰ ਵਗੈ ਕਾਤੀ। ਪਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ। ਰਾਜਾ ਨਾ ਰਾਜ ਭਾਨਾ ਨਾ ਭਾਨ ਦੇਵਾ ਨਾ ਦੇਵ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਨਾਲ ਜੁੜ ਰਹੇ ਗੁਰਸਿੱਖ ਪਿਆਰ ਵਾਲਿਓ ਵਡਭਾਗੇ ਹੋ, ਜੋ ਕਿ ਆਪ ਜੀਆਂ ਦੇ ਨਾਲ ਗੁਰਮਤਿ ਦੀ ਸਾਂਝ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਈ ਜਾ ਰਹੀ ਹੈ। ਸੰਗਤੀ ਰੂਪ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦਿਆਂ ਹੋਇਆਂ ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀਆਂ ਕਲਾਸਾਂ ਦੇ ਅੰਦਰ ਵੀ ਅਸੀਂ ਵਿਚਾਰਨ ਦਾ ਯਤਨ ਕੀਤਾ ਸੀ ਕਿ ਪ੍ਰਭੂ ਪਰਮਾਤਮਾ ਨੇ ਸਾਡੇ ਜੀਵਨ ਦੇ ਅੰਦਰ ਕੁਝ ਐਸੇ ਅਜਿਹੇ ਰਤਨ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਬਾਹਰੀ ਤੌਰ ਦੇ ਉੱਤੇ ਬਿਆਨ ਨਹੀਂ ਕਰ ਸਕਦੇ, ਜਿਸ ਨੂੰ ਗੁਰਮਤ ਅਤੇ ਗੁਰਬਾਣੀ ਅੰਦਰ ਗੁਹਜ ਰਤਨ ਆਖਿਆ ਗਿਆ ਹੈ। ਗੁਹਜ ਰਤਨ ਜਿਹੜੇ ਪ੍ਰਭੂ ਪਰਮਾਤਮਾ ਨੇ ਸਾਡੇ ਵਿੱਚ ਪਾਉਣਾ ਕੀਤੇ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਜਿੰਨਾ ਕੁਝ ਬ੍ਰਹਮੰਡ ਦੇ ਵਿੱਚ ਪਰਮਾਤਮਾ ਨੇ ਰੱਖਣਾ ਕੀਤਾ ਹੈ, ਉਹਨਾਂ ਕੁਝ ਸਾਡੀ ਦੇਹੀ ਦੇ ਅੰਦਰ ਰੱਖਿਆ ਹੋਇਆ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਖੋਜਣ ਦੀ ਤੇ ਆਪਣੇ ਜੀਵਨ ਦੇ ਅੰਦਰੋਂ ਉਹ ਲਾਹਾ ਲੈਣ ਦੀ। ਅਸੀਂ ਪਿਛਲੀ ਕਲਾਸ ਦੇ ਅੰਦਰ ਜ਼ਿਕਰ ਕੀਤਾ ਸੀ, 5 ਤੱਤਾਂ ਦੀ ਸ਼ੁਰੂਆਤ ਕੀਤੀ ਸੀ। ਸਭ ਤੋਂ ਪਹਿਲਾ ਤੱਤ ਸੀ ਆਕਾਸ਼। ਤੇ ਆਕਾਸ਼ ਦੀ ਜਿਹੜੀ ਪਹਿਲਾ ਗੁਣ ਹੈ ਉਹ ਹੈ ਸ਼ਬਦ। ਹੁਣ ਸ਼ਬਦ ਜਿਹੜੇ ਆਕਾਸ਼ ਦੀਆਂ ਅੱਗੇ 5 ਪ੍ਰਕਿਰਤੀਆਂ ਆਉਣੀਆਂ ਨੇ, ਉਹਨਾਂ ਪਹਿਲੀ ਪ੍ਰਕਿਰਤੀਆਂ ਦੇ ਵਿੱਚੋਂ ਜਿਸ ਦੀ ਅਸੀਂ ਵਿਚਾਰ ਦੀ ਸ਼ੁਰੂਆਤ ਕਰਨੀ ਹੈ, ਸਭ ਤੋਂ ਪਹਿਲਾਂ ਲੋਭ ਆਉਂਦਾ ਹੈ। ਆਕਾਸ਼ ਭਾਵ ਕੇ ਜਿਵੇਂ ਪਿਛਲੀ ਕਲਾਸ ਦੇ ਅੰਦਰ ਜ਼ਿਕਰ ਕੀਤਾ ਸੀ, ਅਸੀਂ ਬਾਹਰੀ ਪ੍ਰਕਾਸ਼ ਦੀ ਜਾਂ ਆਕਾਸ਼ ਦੀ ਗੱਲ ਨਹੀਂ ਕਰਨੀ, ਅਸੀਂ ਅੰਤਰਮੁਖੀ ਆਕਾਸ਼ ਦੀ ਗੱਲ ਕਰਨੀ ਹੈ। ਪਰਮਾਤਮਾ ਨਾਲ ਮਿਲਣ ਦੀ ਗੱਲ ਕਰਨੀ ਹੈ। ਤੇ ਪਰਮਾਤਮਾ ਨਾਲ ਮਿਲਣ ਦੀ ਜਿਹੜੀ
ਜਿਹੜੀ ਉਸ ਦੇ ਵਿੱਚ ਤੱਥ ਆਉਂਦੇ ਨੇ ਸਾਡੇ ਸਾਹਮਣੇ, ਉਸ ਦੀਆਂ ਪ੍ਰਕਿਰਤੀਆਂ ਬਣਦੀਆਂ ਨੇ। ਆਕਾਸ਼ ਦੀ ਪ੍ਰਕਿਰਤੀ ਬਣਨੀ ਹੈ ਪਹਿਲੀ ਲੋਭ ਦੀ। ਲੋਭ ਹਰੇਕ ਜੀਵ ਦੇ ਵਿੱਚ ਹੁੰਦਾ ਹੈ, ਲੋਭ ਖਤਮ ਨਹੀਂ ਹੋ ਸਕਦਾ। ਜੇ ਲੋਭ ਖਤਮ ਹੋ ਗਿਆ, ਇਨਸਾਨ ਦੀ ਅੱਗੇ ਵਧਣ ਦੀ ਹੋੜ ਖਤਮ ਹੋ ਜਾਵੇਗੀ, ਇੱਛਾ ਖਤਮ ਹੋ ਜਾਵੇਗੀ। ਅਸਲ ਦੇ ਵਿੱਚ ਲੋਭ ਆਪ ਪ੍ਰਾਪਤ ਵਸਤੂ ਹੈ। ਕੋਈ ਪ੍ਰਾਪਤ ਆਖੇ ਕਿ ਮੈਂ ਉਸ ਨੂੰ ਪੂਰਨ ਤੌਰ ਦੇ ਉੱਤੇ ਲੋਭ ਨੂੰ ਪ੍ਰਾਪਤ ਕਰ ਲਵਾਂ, ਤੇ ਨਹੀਂ ਹੋ ਸਕਦੀ। ਆਪ ਪ੍ਰਾਪਤ ਵਸਤੂ ਹੈ। ਜੋ ਦੂਸਰੇ ਕੋਲ ਹੋਵੇ ਤੇ ਪ੍ਰਾਪਤੀ ਦੀ ਇੱਛਾ ਕਰਨਾ ਬਣਦਾ ਹੈ। ਭਾਵ ਕਿ ਕਿਸੇ ਦੂਜੇ ਕੋਲ, ਕਿਸੇ ਕੋਲ ਕੋਈ ਚੀਜ਼ ਹੋਵੇ ਤੇ ਮਨ ਦੇ ਅੰਦਰ ਇੱਛਾ ਇਹੀ ਹੁੰਦੀ ਹੈ ਕਿ ਮੈਨੂੰ ਦੂਜੇ ਕੋਲੋਂ ਪ੍ਰਾਪਤ ਹੋ ਜਾਵੇ। ਜੇ ਦੂਜੇ ਨੇ ਇਹ ਚੀਜ਼ ਹੈਗੀ, ਮੈਨੂੰ ਕਿਉਂ ਨਹੀਂ ਹੈਗੀ, ਮੇਰੇ ਕੋਲ ਕਿਉਂ ਨਹੀਂ ਹੈਗੀ। ਸੰਤੋਖ ਨਾ ਹੋਣ ਕਰਕੇ ਦੂਸਰਿਆਂ ਦੇ ਧਨ, ਪਦਾਰਥ ਤੇ ਹੋਰ ਚੀਜ਼ਾਂ ਨੂੰ ਅਯੋਗ ਢੰਗ ਨਾਲ ਪ੍ਰਾਪਤ ਕਰਨ ਦੀ ਵਧੀ ਹੋਈ ਲਾਲਸਾ, ਲਾਲਚ ਨੂੰ ਲੋਭ ਆਖਿਆ ਜਾਂਦਾ ਹੈ। ਜਾਂ ਐਵੇਂ ਕਹਿ ਲਈਏ, ਇਤਿਹਾਸ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਪ੍ਰਸ਼ਾਦੀ, ਹਾਥੀ ਤੇ ਆਦਿਕ ਭੇਟਾਵਾਂ ਕਰਕੇ ਗੁਰੂ ਪਾਤਸ਼ਾਹ ਦੇ ਕੋਲ ਗੁਰਸਿੱਖਾਂ ਨੇ, ਅਸਾਮ ਦੇ ਰਾਜੇ ਨੇ ਭੇਟਾ ਕੀਤੀਆਂ ਸਨ। ਲੇਕਿਨ ਪਹਾੜੀ ਰਾਜਿਆਂ ਨੇ ਜਦੋਂ ਮੰਗ ਕੀਤੀ ਸੀ ਕਿ ਇਹ ਪ੍ਰਸ਼ਾਦੀ, ਹਾਥੀ ਜਾਂ ਪੰਚਕਲਾ ਸ਼ਸਤਰ ਸਾਨੂੰ ਦੇ ਦਿੱਤਾ ਜਾਵੇ, ਤੇ ਗੁਰਦੇਵ ਪਾਤਸ਼ਾਹ ਨੇ ਜੇਕਰ ਉਹ ਪਿਆਰ ਦੇ ਨਾਲ ਮੰਗਦੇ ਤਾਂ ਹੋ ਸਕਦਾ ਸੀ ਗੁਰਦੇਵ ਪਾਤਸ਼ਾਹ ਦੇ ਦਿੰਦੇ। ਤੇ ਜਦੋਂ ਹੰਕਾਰ ਦੇ ਨਾਲ ਮੰਗਿਆ ਤੇ ਉਹ ਲੋਭੀ ਬਿਰਤੀ ਲੈ ਕਰਕੇ ਮੰਗਿਆ, ਤੇ ਗੁਰਦੇਵ ਪਾਤਸ਼ਾਹ ਨੇ ਆਖਿਆ ਕਿ ਇੱਥੇ ਗੁਰੂ ਨਾਨਕ ਦੇ ਦਰ ਘਰ ਦੇ ਅੰਦਰ ਕਿਤੇ ਲੋਭ ਨੂੰ ਕੋਈ ਥਾਂ ਨਹੀਂ ਹੈ। ਉੱਥੇ ਵਿਕਾਰਾਂ ਦੀ ਜਦੋਂ ਗੱਲ ਆਉਂਦੀ ਹੈ, ਇੱਥੇ ਤੇ ਨਿਮਾਣਤਾ ਦੀ ਗੱਲ ਆਉਂਦੀ ਹੈ। ਹੰਕਾਰਤਾ ਦੇ ਵੱਲ ਆਵਾਂਗੇ ਤੇ ਕੁਝ ਵੀ ਪ੍ਰਾਪਤ ਨਹੀਂ ਹੋਣਾ। ਤੇ ਗੁਰਦੇਵ ਪਾਤਸ਼ਾਹ ਨੇ ਇਹ ਗੱਲਾਂ ਸਮਝਾਉਣੀਆਂ ਕੀਤੀਆਂ। ਲਾਲਚ ਦੇ ਯਾਨੀ ਕਿ ਵਧੀ ਹੋਈ ਲਾਲਸਾ ਲੋਭ ਅਖਵਾਉਂਦੀ ਹੈ। ਕਈ ਵਿਚਾਰਵਾਨ ਵਿਦਵਾਨ ਇਹਦਾ ਖਿਆਲ ਲੋਭ ਤੋਂ ਬਿਨਾਂ ਵਿਕਾਸ ਅਸੰਭਵ ਹੈ। ਜੇ ਲੋਭ ਮਨ ਦੇ ਅੰਦਰ ਬਿਰਤੀ ਲੋਭੀ ਨਹੀਂ ਹੈ ਤੇ ਸਾਡਾ ਵਿਕਾਸ ਨਹੀਂ ਹੋਵੇਗਾ। ਭਾਵ ਕਿ ਜੇਕਰ ਅਸੀਂ ਕਮਾਉਣ ਦੇ ਵੱਲ ਤੁਰਾਂਗੇ ਨਹੀਂ ਤੇ ਅਸੀਂ ਅੱਗੇ ਵਧਣ ਦੇ ਵੱਲ ਅਸੀਂ ਤੁਰਾਂਗੇ ਨਹੀਂ। ਸਾਡੇ ਮਨ ਦੀ ਇੱਛਾ ਜੇਕਰ ਅਸੀਂ ਚੌਂਕੜਾ ਮਾਰ ਕੇ ਕਿਤੇ ਬਹਿ ਜਾਾਂਗੇ, ਅੱਗੇ ਵਿਕਾਸ ਦੇ ਵੱਲ ਤੁਰਾਂਗੇ ਨਹੀਂ ਤੇ ਫਿਰ ਅੱਗੇ ਬੰਨੇ ਤੁਰਨਾ ਵੀ ਨਹੀਂ ਤੁਰਿਆ ਜਾਵੇਗਾ। ਜਾਂ ਐਵੇਂ ਕਹਿ ਲਈਏ ਕਿ ਜੇਕਰ ਅਸੀਂ ਬਾਣੀ ਪੜ੍ਹਨੀ ਸ਼ੁਰੂ ਨਾ ਕਰੀਏ, ਸਾਨੂੰ ਲਾਲਸਾ ਹੈ ਨਾ ਕਿ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ, ਲਾਲਸਾ ਹੋਏਗੀ ਕਿ ਸਾਨੂੰ ਗਿਆਨ ਦੀ ਪ੍ਰਾਪਤੀ ਕਰਨੀ ਹੈ, ਤੇ ਫਿਰ ਅਸੀਂ ਤਾਂ ਹੀ ਬਾਣੀ ਪੜ੍ਹ ਸਕਦੇ ਹਾਂ ਨਾ, ਤਾਂ ਹੀ ਅਸੀਂ ਅੱਗੇ ਵਧਣ ਵਾਸਤੇ ਕੋਸ਼ਿਸ਼ ਕਰਾਂਗੇ ਨਾ। ਜੇਕਰ ਉਹ ਲਾਲਸਾ ਹੀ ਨਹੀਂ ਹੋਵੇਗੀ, ਸਾਡੇ ਮਨ ਦੇ ਅੰਦਰ ਲੋਭ ਹੋਵੇਗਾ ਹੀ ਨਹੀਂ, ਤੇ ਫਿਰ ਤੇ ਅਸੀਂ ਆਪਣੇ ਜੀਵਨ ਦੇ ਅੰਦਰ ਅੱਗੇ ਵੱਧ ਹੀ ਨਹੀਂ ਸਕਦੇ। ਵਿਚਕਾਰਲੀ ਅਵਸਥਾ ਤੇ ਰਹਿਣਾ, ਨਾ ਲੋਭ ਵਧਾਉਣਾ ਆ ਤੇ ਨਾ ਘਟਾਉਣਾ ਆ। ਜਿਵੇਂ ਅੰਕਲ ਜੀ ਹੋਰਾਂ ਨਾਲ ਇੱਕ ਵਾਰੀ ਗੱਲ ਹੋਈ ਸੀ ਕਿ ਜਿਹੜੇ 5 ਵਿਕਾਰ ਨੇ ਇਹ ਸਾਡੇ ਜੀਵਨ ਦੇ ਵਿੱਚ ਰਹਿਣੇ ਹੀ ਰਹਿਣੇ ਨੇ, ਨਾ ਹੀ ਖਤਮ ਕੀਤੇ ਜਾ ਸਕਦੇ ਆ ਤੇ ਨਾ ਹੀ ਇਹਨਾਂ ਦੀ ਪੂਰਨ ਤੌਰ ਦੇ ਉੱਤੇ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜੇ ਪ੍ਰਾਪਤੀ ਕਰਾਂਗੇ ਤਾਂ ਵਿਨਾਸ਼ ਹੋਏਗਾ, ਜੇ ਖਤਮ ਕਰਾਂਗੇ ਤਾਂ ਵੀ ਸਾਡੇ ਜੀਵਨ ਦਾ ਵਿਨਾਸ਼ ਹੋਏਗਾ। ਹਾਂ, ਇਹਦੇ ਉੱਤੇ ਸਿਰਫ ਤੇ ਸਿਰਫ ਯਾਨੀ ਕਿ ਇਹਨਾਂ ਦੇ ਅਧੀਨ ਨਹੀਂ ਹੋਣਾ, ਬਲਕਿ ਇਹਨਾਂ ਨੂੰ ਆਪਣੇ ਸਮ ਆਰਥਿਕ ਰੂਪ ਦੇ ਵਿੱਚ ਆਪਣੇ ਜੀਵਨ ਦੇ ਅੰਦਰ ਜਿਹੋ ਜਿਹਾ ਵੀ ਰੱਖਣਾ ਹੈ, ਉਸ ਪੂਰਨ ਤੌਰ ਦੇ ਉੱਤੇ ਅਸੀਂ ਜੀਵਨ ਦੇ ਵਿੱਚ ਚਲਾ ਸਕੀਏ। ਕਈ ਵਿਚਾਰਵਾਨ ਇਹ ਗੱਲ ਆਖਦੇ ਨੇ ਕਿ ਲੋਭ ਤੋਂ ਬਿਨਾਂ ਵਿਕਾਸ ਅਸੰਭਵ ਹੈ। ਇਸ ਦਾ ਹੋਣਾ ਵੀ ਅਤੀ ਜ਼ਰੂਰੀ ਹੈ, ਪਰੰਤੂ ਵਿਕਾਸ ਵੱਲ ਤਾਂ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ। ਇੱਕ ਨਿੱਕਾ ਜਿਹਾ ਬੂਟਾ ਵੀ ਵਿਕਾਸ ਦੀ ਗਤੀਸ਼ੀਲ ਹੈ, ਉਹ ਵੀ ਫੁੱਲ ਤੱਕ ਪਹੁੰਚਦੇ ਆ, ਫਲ ਤੱਕ ਵੱਧਦੇ ਆ, ਕਈ ਔਕੜਾਂ ਦੇ ਬਾਵਜੂਦ ਵੀ ਆਪਣੇ ਕਾਰਜ ਵਿੱਚ ਲੱਗਾ ਰਹਿੰਦਾ ਹੈ, ਪਰ ਉਸ ਦੀ ਗਤੀ ਵਿੱਚ ਕੋਈ ਲੋਭ ਨਹੀਂ ਹੈ। ਪਰ ਜਦੋਂ ਮਨੁੱਖ ਲੋਭ ਵਿੱਚ ਪੈ ਜਾਂਦਾ ਤੇ ਆਤਮਿਕ ਮਾਰਗ ਦੇ ਵਿੱਚ ਵਿਕਾਸ ਨਹੀਂ ਕਰ ਪਾਉਂਦਾ, ਬਹੁਤ ਹਾਨੀ ਹੁੰਦੀ ਹੈ। ਅਸਲ ਦੇ ਵਿੱਚ ਮਾਰਗ ਤੋਂ ਭੁੱਲ ਕੇ ਬੈਠਦਾ ਹੈ। ਅਸਲੀ ਮਾਰਗ ਜਿਹੜਾ ਅਸਲੀ ਪਰਮਾਤਮਾ ਦੇ ਨਾਲ ਮਿਲਣ ਦਾ ਮਾਰਗ ਹੈ, ਉਸ ਤੋਂ ਭੁੱਲ ਬੈਠਦਾ ਹੈ, ਬਲਕਿ ਆਪਣੇ ਜੀਵਨ ਦੇ ਅੰਦਰ ਲਾਲਸਾ, ਲਾਲਚ, ਤ੍ਰਿਸ਼ਨਾ, ਪੰਚ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚੋਂ ਇੱਕ ਹੈ। ਆਮ ਤੌਰ ਤੇ ਇਹ ਕ੍ਰਮ ਤੀਜਾ ਕ੍ਰਮ ਗਿਣਿਆ ਜਾਂਦਾ ਹੈ। ਲੋਭ ਬੁਨਿਆਦੀ ਤੌਰ ਤੇ ਤਿਆਗ ਦੇ ਉਲਟ ਹੈ। ਇਹਨਾਂ ਦੋਹਾਂ ਦਾ ਆਕਰਸ਼ਣ ਤੇ ਵਿਕਰਸ਼ਣ ਦੀ ਸਥਿਤੀ ਬਣੀ ਰਹਿੰਦੀ ਹੈ। ਤਿਆਗ ਵਿਕਰਸ਼ਣ ਨੂੰ ਜਨਮ ਦਿੰਦੀ ਹੈ ਅਤੇ ਆਪਣੇ ਸੰਸਾਰਕ ਨੂੰ ਪਰੇ ਕਰਨਾ ਹੁੰਦਾ ਹੈ, ਜਦ ਕਿ ਲੋਭ ਆਕਰਸ਼ਣ ਦੀ ਬ੍ਰਿਤੀ ਨੂੰ ਸਿਰਜਦਾ ਹੈ। ਹਰ ਵਸਤੂ ਨੂੰ ਹਾਸਲ ਕਰਨ ਦੀ ਲਾਲਸਾ ਲੋਭ ਹੈ। ਲੋਭ ਨਾਲ ਦੁਨੀਆਦਾਰੀ ਤੌਰ ਦੇ ਉੱਤੇ ਸੌਖਾ ਹੋਇਆ ਵਿਅਕਤੀ
ਬਾਕੀ ਕਈ ਵਿਕਾਰਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਹੈ। ਭਾਵ ਕਿ ਜੇਕਰ ਸਾਡੇ ਮਨ ਦੀ ਬਿਰਤੀ ਲੋਭੀ ਬਣ ਜਾਏਗੀ ਨਾ, ਤੇ ਸਾਡਾ ਮਨ ਲੋਭੀ ਬਿਰਤੀ ਦੇ ਨਾਲ, ਜਾਂ ਸਿੱਧੇ ਤੌਰ ਦੇ ਉੱਤੇ ਅਸੀਂ ਕਹਿ ਲੈਂਦੇ ਹਾਂ ਕਿ ਬੰਦਾ ਇੱਕ ਗਲਤ ਕੰਮ ਕਰਨ ਲੱਗਿਆ, ਜਾਂ ਇੱਕ ਚੋਰੀ ਕਰਨਾ, ਇੱਕ ਗਲਤੀ ਨੂੰ ਛੁਪਾਉਣ ਲੱਗਿਆ 100 ਗਲਤੀਆਂ ਹੋਰ ਕਰ ਲੈਂਦਾ ਹੈ। ਬਸ ਉਸੇ ਤਰੀਕੇ ਨਾਲ ਜਦੋਂ ਕਈ ਵਾਰੀ ਸਾਡੇ ਜੀਵਨ ਦੇ ਅੰਦਰ ਵਿਕਾਰ ਜਿਹੜਾ ਪ੍ਰਭਾਵ ਪਾਉਂਦਾ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਆਪਣੇ ਵਿੱਚ ਕਲਾਵੇ ਦੇ ਵਿੱਚ ਲੈਣ ਦੀ, ਬਲਕਿ ਉਹ ਦੂਸਰੇ ਕਲਾਵਿਆਂ ਦੇ ਵਿੱਚ ਹੋਰ ਵਿਕਾਰ ਕਈ ਪ੍ਰਕਾਰ ਦੇ ਜੀਵਨ ਦੇ ਵਿੱਚ ਆ ਜਾਂਦੇ ਨੇ। ਲੋਭ ਨਾਲ ਇਕੱਠੇ ਕੀਤੇ ਹੋਏ ਜਨਰਲ ਸਾਹਿਬ ਆਰਾਮ ਕਰਨ ਦੇ ਨਾਲ, ਜਿਹੜੇ ਲੋਭ ਕਰਕੇ ਬਿਰਤੀ ਦੇ ਨਾਲ ਸਾਡੇ ਜੀਵਨ ਦੇ ਅੰਦਰ ਕੀ ਹੁੰਦਾ ਹੈ ਕਿ ਉਹ ਜਿਹੜਾ ਐਸ਼ੋ ਆਰਾਮ ਹੈ ਉਹ ਵਿਕਾਰੀ ਬਿਰਤੀ ਧਾਰਨ ਕਰ ਜਾਂਦਾ ਹੈ, ਤੇ ਜੀਵ ਹੰਕਾਰੀ ਵੀ ਹੋ ਜਾਂਦਾ ਹੈ, ਤੇ ਉਸ ਦੇ ਨਾਲ ਕ੍ਰੋਧ ਵੀ ਵੱਧ ਜਾਂਦਾ ਹੈ। ਜਦੋਂ ਹੰਕਾਰੀ ਬਿਰਤੀ ਆਵੇਗੀ ਤੇ ਕ੍ਰੋਧ ਵੀ ਨਾਲ ਹੀ ਪਨਪ ਪਵੇਗਾ। ਦੁਨੀਆਦਾਰੀ ਵਸਤੂਆਂ ਦੇ ਮੋਹ ਦਾ ਅਧਿਕ ਹੋ ਜਾਂਦੀਆਂ ਨੇ, ਤੇ ਅੰਤ ਮਨ ਪਰਚਾਵੇ ਤੋਂ ਕੰਮ ਕਿਹੜਾ ਦੀ ਰੁਚੀ ਵੱਲ ਵੀ ਲੱਗ ਜਾਂਦਾ ਹੈ। ਉਸ ਦਾ ਮਨ ਸਥਿਰ ਨਹੀਂ ਰਹਿੰਦਾ, ਪ੍ਰਾਪਤੀ ਹੋਣ ਦੀ ਉਛਲਦਾ ਰਹਿੰਦਾ ਹੈ, ਤੇ ਆਪਣੇ ਜੀਵਨ ਨੂੰ ਉਸ ਦੇ ਵਿੱਚ ਇੰਨਾ ਕੁ ਗਲਤ ਪਾਸੇ ਤੋਰ ਲੈਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਅੰਦਰ ਲਿਖਿਆ ਹੋਇਆ ਹੈ ਕਿ ਸਤਿਗੁਰਾਂ ਦੀ ਬਖਸ਼ਿਸ਼ ਦੇ ਕਰਦਿਆਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਕਿ ਇਹ ਜਿਹੜਾ ਲੋਭੀ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਜਿਹੜਾ ਮਨ ਹੈ ਇਹ ਹਰ ਥਾਂ ਦੇ ਉੱਤੇ ਭਟਕਦਾ ਹੈ। ਕਿਉਂ ਭਟਕਦਾ? ਕਿਉਂਕਿ ਲੋਭੀ ਹੈ। ਲੋਭੀ ਮਨ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ, ਚਵਾਂ ਦਿਸ਼ਾਵਾਂ ਦੇ ਵੱਲ ਭੱਜਦਾ ਰਹਿੰਦਾ ਹੈ। ਹਰ ਤਰੀਕੇ ਨਾਲ ਕੋਸ਼ਿਸ਼ ਕਰਦਾ ਹੈ ਕਿ ਇਸ ਨੂੰ ਤ੍ਰਿਪਤ ਕਰ ਲਵਾਂ, ਲੋਭੀ ਬਿਰਤੀ ਨੂੰ ਤ੍ਰਿਪਤ ਕਰ ਲਵਾਂ। ਲੇਕਿਨ ਬਾਬਾ ਫਰੀਦ ਜੀ ਨੇ ਇਸ ਲੋਭੀ ਦੀ ਬਿਰਤੀ ਨੂੰ ਮੌਜੂਦਗੀ ਦੇ ਸੱਚੇ ਪ੍ਰੇਮ ਦੇ ਨਾਲ ਅਸੰਭਵਤਾ ਮੰਨੀ ਹੈ। ਅਜਿਹੀ ਅਵਸਥਾ ਦੇ ਵਿੱਚ ਕੀਤਾ ਹੋਇਆ ਪ੍ਰੇਮ ਕੂੜਾ ਸਿੱਧ ਹੁੰਦਾ ਹੈ। ਜੇਕਰ ਲੋਭ ਦੀ ਬਿਰਤੀ ਦੇ ਨਾਲ ਅਸੀਂ ਗੁਰੂ ਦੇ ਨਾਲ ਪ੍ਰੀਤ ਪਾਉਂਦੇ ਹਾਂ, ਲੋਭੀ ਬਿਰਤੀ ਲੈ ਕੇ ਕਿਸੇ ਦੇ ਨਾਲ ਅਸੀਂ ਪ੍ਰੀਤ ਪਾਉਂਦੇ ਹਾਂ, ਤੇ ਉਹ ਕੋਈ ਸਾਡਾ ਪਿਆਰ ਜਿਹੜਾ ਹੈ ਉਹ ਸਫਲ ਨਹੀਂ ਹੋਵੇਗਾ। ਜੇਕਰ ਲੋਭੀ ਬਿਰਤੀ ਦੇ ਨਾਲ ਅਸੀਂ ਕਿਸੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਲਵਾਂਗੇ ਨਾ, ਤੇ ਫਿਰ ਉਹ ਪ੍ਰਾਪਤੀ ਨਹੀਂ ਹੋਵੇਗੀ, ਉਹ ਕੂੜਾ ਸਿੱਧ ਹੋਵੇਗਾ। ਜੇਕਰ ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੀ ਵਜੋਂ ਕੋਈ ਦੁਨੀਆਦਾਰੀ ਲਾਲਚ ਹੈ, ਤਾਂ ਰੱਬ ਨਾਲ ਅਸਲੀ ਪਿਆਰ ਨਹੀਂ ਹੋਵੇਗਾ। ਜਦੋਂ ਲਾਲਚ ਤੇ ਝੂਠਾ ਪਿਆਰ ਛੱਡ ਕੇ ਪਰਮਾਤਮਾ ਨਾਲ ਤੁਰ ਪੈਂਦੇ ਆ, ਫਿਰ ਜਾ ਕੇ ਕੁਛ ਨਾ ਕੁਛ ਪ੍ਰਾਪਤੀ ਹੋ ਸਕਦੀ ਹੈ। ਬਾਬਾ ਸ਼ੇਖ ਫਰੀਦ ਜੀ ਆਖਣਾ ਲੱਗੇ, ਫਰੀਦਾ ਜਾਂ ਲੱਭ ਤਾਂ ਨੇਹ ਕਿਆ। ਜੇਕਰ ਪਿਆਰ ਹੈ ਨਾ ਪ੍ਰਭੂ ਪਰਮਾਤਮਾ ਨਾਲ ਪਾਉਣਾ ਹੈ, ਤੇ ਨੇਹ ਕਿਆ ਲੱਭ ਤਾਂ ਕੂੜਾ ਨੇ, ਕਿਚੜ ਝੱਤ ਲੰਘਾਈ ਹੈ, ਛੱਪਰ ਟੁੱਟੈ ਮੇ। ਸਪਸ਼ਟ ਹੈ ਕਿ ਗੁਰਬਾਣੀ ਵਿੱਚ ਲੋਭ ਨੂੰ ਤਿਆਗਣ ਉੱਤੇ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਇਸ ਦੇ ਨਾਲ ਜਗਿਆਸੂ ਅਧਿਆਤਮਕ ਵਿੱਚ ਸਫਲ ਮਨੋਰਥ ਨਹੀਂ ਕਰ ਸਕਦਾ। ਲਾਲਚ, ਹਿਰਸਾ ਔਰ ਲੱਭ ਇਹ ਕਿਸੇ ਵੀ ਸ਼ੈ ਦੇ ਇਨੀ ਤਿੱਖੀ ਤੀਬਰਤਾ ਚਾਹ ਨਹੀਂ ਹੁੰਦੀ, ਉਸ ਦੇ ਨਾਲ ਲੈਣਾ ਠੀਕ ਹੈ। ਇਹ ਵੀ ਜ਼ਿਆਦਾਤਰ ਘਟ ਜਾਂਦਾ ਹੈ। ਲੋਭ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਜੋ ਵਸਤੂਆਂ ਚਾਹੀਦੀਆਂ ਹਨ, ਜੇਕਰ ਉਸ ਤੋਂ ਜ਼ਿਆਦਾ ਪ੍ਰਾਪਤ ਕਰਨ ਦੀ ਇੱਛਾ ਕਰਦਾ ਹੈ ਤੇ ਲੋਭੀ ਇਨਸਾਨ ਅਖਵਾਉਂਦਾ ਹੈ। ਲੋਭ ਦੇ ਨਾਲ ਜ਼ਿਆਦਾ ਜੇਕਰ ਲੋਭ ਜੀਵਨ ਦੇ ਵਿੱਚ ਆ ਜਾਂਦਾ ਹੈ ਤੇ ਇਨਸਾਨ ਚੋਰ, ਡਾਕੂ, ਦੁਰਾਚਾਰੀ, ਜ਼ਾਲਮ, ਕਪਟੀ, ਧੋਖੇਬਾਜ਼, ਈਰਖਾਲੂ, ਕਿਰਤਕਾਣਾ, ਬੇਸਬਰਾ ਇਤਿਆਦਿਕ ਬਣ ਜਾਂਦਾ ਹੈ। ਲਾਲਚੀ ਮਨੁੱਖ ਆਪਣੇ ਮਤਲਬ ਲਈ ਇਤਬਾਰ ਨਾਲ ਕਰਨ ਵਾਲਿਆਂ ਨਾਲ ਧੋਖਾ ਕਰ ਸਕਦਾ ਹੈ। ਲੋਭੀ ਮਨੁੱਖ ਪਾਪ ਕਰਦਾ ਹੈ। ਲੋਭ ਦੇ ਅਧੀਨ ਸਵਾਦ ਵਾਲੇ ਪਦਾਰਥ ਖਾਣ ਪੀਣ, ਲਾਲਚ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ। ਸਾਹਿਬ ਗੁਰਬਾਣੀ ਦੇ ਅੰਦਰ ਵਚਨ ਕਰਦੇ ਨੇ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ, ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਸਾਹਿਬ ਸਪਸ਼ਟ ਕਰਦੇ ਨੇ ਕਿ ਜਿਹੜਾ ਲੋਭ ਹੈ, ਇਹ ਜਿਹੜੀ ਮਾਇਆ ਸੀ ਇਕੱਤਰਤ ਕਰਨ ਵਾਸਤੇ ਜਿਸ ਦਾ ਲੋਭ ਦਾ ਸਹਾਰਾ ਲੈਂਦੇ ਆ ਨਾ, ਇਹ ਮਾਇਆ ਜਿਹੜੀ ਹੈ ਇਹ ਇਕੱਤਰਤ ਸਿੱਧੇ ਤਰੀਕੇ ਨਾਲ ਤੇ ਹੋਣੀ ਨਹੀਂ।
ये पापां बाजों होवे नाही मोया साथ ना जाए। ये माया जिहड़ी है जिहदे करके जिन्हां चीजां करके लोभ, असल च माया दी जदों असीं डेफिनेशन पढ़दे हां ते वो स्पष्ट हो जाती है। प्रिंसीपल तेजा सिंह जी होरां ने बड़े सोहणे ते सौखे लफ्जां दे विच समझा देना कीता। आखदे ने कि वो सारी चीज माया है जिहड़ी जीव नूं परमात्मा नालों तोड़ के संसार नाल जोड़दी है। जिहड़ी चीज परमात्मा नालों तोड़ के संसार नाल जोड़दी है वो सारी माया है। ते माया नाल जदों असीं जुड़ जाने आ, जदों असीं जिहड़ी जेकर ਧੀਆਂ ਪੁੱਤ परमात्मा ਨੂੰ ਭੁਲਾਉਂਦੇ ਨੇ ਜਾਂ ਕਾਰੋਬਾਰ परमात्मा ਨੂੰ ਭੁਲਾ ਰਿਹਾ ਤੇ ਉਹ ਸਾਰੀ ਮਾਇਆ ਹੈ। ਜੇਕਰ ਸਾਨੂੰ ਕੋਈ ਵੀ ਚੀਜ਼ परमात्मा ਨਾਲ ਜਿਹੜੀ ਤੋੜਦੀ ਹੈ ਉਹ ਸਾਰੀ ਮਾਇਆ ਹੈ। ਤੇ ਸਾਹਿਬ ਕਹਿਣ ਲੱਗੇ ਕਿ ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਏ। ਤੇ ਇਹ ਜਿਹੜੀ ਮਾਇਆ ਹੈ, ਧਨ ਜਾਇਦਾਦਾਂ ਜਿਹੜੇ ਅਸੀਂ 2 ਨੰਬਰ ਦਾ ਕੰਮ ਕਰਕੇ ਇਕੱਠੀਆਂ ਕਰਦੇ ਆ, ਇਹ ਮੋਇਆ ਵੀ ਸਾਡੇ ਨਾਲ ਜਾਣ ਵਾਲੀ ਨਹੀਂ ਹੈ। ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। जेकर प्रभु परमात्मा दे बख्शिश दे सदका से मेहनत करते हैं, सानू रहमतां दे वजों गुरु किसी गलों को कमी नहीं रहन दिंदा। हर चीज दात परमात्मा दिंदा है। ते जेकर ओदे संतोख ही बिरती बन के जेकर असीं वो सारे कार्य करिए ते मालिक सारियां बख्शिशां भी करी जांदा है, किसी गलों कोई कमी भी आउण नहीं दिंदा। हाँ, जेकर असीं गलत तरीके नाल करदे हां ते उस तरीके नाल ही चीज धन जिहड़ा है खत्म हो जाता है। आम तौर के उत्ते कई बारी गल करदे ने, सवाल कर दिंदे ने कि कई बंदे गलत काम करते हैं लेकिन उन्हां दी बड़ी चढ़ाई हो जाती है, बड़ा उन्हां दा धन जायदाद इकट्ठा हो जाता है, कोठियां कारां सब कुछ आ जाता है। आते वो बंदा गलत काम कर रहा फिर भी उहदे कोल सारा कुछ आ जाता। जिहड़ा बंदा सही हुंदा है ਉਹਦੇ ਕੋਲ ਫਿਰ ਵੀ ਕੁਛ ਨਹੀਂ। ਕਈ ਵਾਰੀ ਇਹੋ ਜਿਹਾ ਸਬਬ ਬਣਦਾ ਹੈ ਕਿ ਬਹੁਤ ਗਰੀਬੀ ਹਾਲਤ ਵਿੱਚ ਉਹਨੂੰ ਗੁਜ਼ਾਰਨਾ ਪੈਂਦਾ ਹੈ। ਲੇਕਿਨ ਅਸਲੀਅਤ ਉਹਦੀ ਇਹ ਹੈ ਕਿ ਜਿਹੜੀ ਪਰਾਲੀ ਦੀ ਅੱਗ ਜਾਂ ਕੱਖਾਂ ਦੀ ਅੱਗ ਹੁੰਦੀ ਹੈ ਨਾ, ਇੱਕ ਵਾਰ ਭੰਬਾਕਾ ਜ਼ਰੂਰ ਮਾਰਦੀ ਹੈ ਲੇਕਿਨ ਉਹਦਾ ਸੇਕ ਕੁਝ ਦੇਰ ਤੱਕ ਹੁੰਦਾ ਹੈ। ਇੱਕ ਵਾਰ ਪੂਰੀ ਬਲੇਗੀ ਕਿ ਜਿਵੇਂ ਇਵੇਂ ਹੋਏਗਾ ਜਿਵੇਂ ਪਤਾ ਨਹੀਂ ਕਿੰਨੀ ਕੁ ਅੱਗ ਲੱਗ ਜਾਣੀ ਹੈ। ਉਹਦਾ ਇੱਕ ਵਾਰੀ ਸੇਕ ਤੇ ਹੋਏਗਾ लेकिन कुछ ही पलां दे विच ओहदा सारा सेक खत्म हो जाएगा। लेकिन उसे तरीके दे नाल जिहड़ी लक्कड़ दी अग है जां कोलियां दी अग है, वो बल लग्गिया भी समा लगेगा, ठंडी होण लग्गिया भी समा लगेगा, वो लंबा समय तक ओहदा सेक भी रहेगा। बस उसे तरीके दे नाल जिहड़े असीं गलत काम करदे आ उहनां दा सानूं हरजाना जां इवजाना वो जल्दी मिलदा ते जल्दी खत्म हो जांदा। लेकिन जिहड़ा सही तरीके दे नाल सेवा सिमरन करदे आ अपने जीवन दे अंदर मेहनत मुशक्कत करके असीं अपने जीवन दे अंदर कमाया होएगा ना, वो लंबा समा तक वो साडे जीवन दे अंदर इवजाने दे रूप दे अंदर वो रहेगा। वो उस दे विच इंसान ने लोभी बिरती दे नाल नहीं वो कीता होवेगा। वो इंसान ने अपनी मेहनत दे नाल जो कमाया होवेगा ना, जिसने उस चीज दे उत्ते पूरा अपने जीवन नूं लाया होएगा, उहदे विचों जिहड़ा सुख मिलेगा ਉਹਨੂੰ ਸੁਖ ਵੀ ਸੰਤੋਖੀ ਬਿਰਤੀ ਦੇ ਨਾਲ ਆਨੰਦ ਦੇਵਣ ਵਾਲਾ ਹੋਵੇਗਾ। ਤੇ ਸਾਹਿਬ ਉਹੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਲੋਭ ਦੇ ਬਾਰੇ ਕਹਿੰਦੇ ਹੋਇਆ ਕਿ ਲੋਭੀ ਇੰਨਾ ਬਲੀ ਹੈ ਕਿ ਮੁਖੀ ਬੰਦਿਆਂ ਦੇ ਉੱਤੇ ਵੀ ਅਸਰ ਵਿਕਾਰਾਂ ਦੇ ਵਿੱਚ ਡੁੱਬ ਜਾਂਦੇ ਨੇ, ਲਹਿਰਾਂ ਵਿੱਚ ਅਨੇਕ ਕਰੋਲ ਕਰਦੇ ਨੇ। ਇਨਸਾਨ ਕਈ ਤਰ੍ਹਾਂ ਦੇ ਭਟਕਣਾਵਾਂ ਵਿੱਚ ਭਟਕਦਾ ਫਿਰਦਾ ਹੈ, ਅਨੇਕਾਂ ਤਰੀਕੇ ਦੇ ਨਾਲ ਮਾਂ ਪਿਓ ਦਾ ਕੋਈ ਇੱਥੋਂ ਤੱਕ ਰਿਸ਼ਤੇਦਾਰ ਸਕੇ ਸੰਬੰਧੀਆਂ ਦਾ ਕਿਸੇ ਦਾ ਵੀ ਲਿਹਾਜ਼ ਨਹੀਂ ਲੈਂਦਾ ਲੋਭੀ ਬਿਰਤੀ ਦੇ ਵਿੱਚ ਆਣ ਕੇ। ਤੇ ਉਹ ਕਿਸੇ ਵੀ ਤਰੀਕੇ ਨਾਲ ਲੋਭਾ ਲੰਪਟ ਸੰਗ ਸਿਰਮੋਰ ਹੈ ਅਨੇਕ ਲਹਿਰੀ ਕਲੋਲ ਤੇ। ਇਨਸਾਨ ਬੜਾ ਕੁਛ ਕਰਦਾ ਹੈ ਲੇਕਿਨ ਫਿਰ ਵੀ ਇਹਦੇ ਵਿੱਚ ਪਰਮਾਤਮਾ ਦੇ ਨਾਲ ਜੁੜ ਨਹੀਂ ਪਾਉਂਦਾ। ਮੋਹ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਇੱਕ ਨਹੀਂ ਅਨੇਕਾਂ ਥਾਂ ਦੇ ਉੱਤੇ ਆਉਂਦਾ ਹੈ। ਗੁਰਬਾਣੀ ਦੇ ਅੰਦਰ ਮਹਾਬਲੀਆ ਵੀ ਮੋਹ ਨੂੰ ਆਖਿਆ ਗਿਆ ਹੈ। ਤੇ ਇਸ ਨੂੰ ਗੁਰਦੇਵ ਪਾਤਸ਼ਾਹ ਗੁਰਬਾਣੀ ਦੇ ਅੰਦਰ ਅਨੇਕਾਂ ਰੂਪਾਂ ਦੇ ਵਿੱਚ ਕਹਿੰਦੇ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਅਤੇ ਜਿਵੇਂ ਇਨਸਾਨ ਕੁੱਤੇ ਦੀ ਤਰ੍ਹਾਂ ਜਿਵੇਂ ਹਲਕਾਇਆ ਕੁੱਤਾ ਭੱਜਾ ਫਿਰਦਾ ਹੈ ਨਾ, ਬਸ ਉਸੇ ਤਰੀਕੇ ਦੇ ਨਾਲ ਲੋਭੀ ਇਨਸਾਨ ਸਾਰੀ ਜ਼ਿੰਦਗੀ ਭੱਜਾ ਹੀ ਫਿਰਦਾ ਹੈ। ਕੋਸ਼ਿਸ਼ ਉਹਦੀ ਹੁੰਦੀ ਹੈ त्यों लोभी जंत न जाने पख अपख सब खाए।
ਅਤੇ ਜਿਵੇਂ ਇੱਕ ਕੁੱਤਾ ਹਲਕਾਇਆ ਕੁੱਤਾ ਭੱਜਾ ਫਿਰਦਾ ਹੈ, ਉਹਦੇ ਵਾਸਤੇ ਉਹ ਸਹੀ ਗਲਤ ਉਹਦੇ ਵਾਸਤੇ ਕੋਈ ਮਾਇਨਾ ਨਹੀਂ ਰੱਖਦਾ। ਬਸ ਉਸੇ ਤਰੀਕੇ ਦੇ ਨਾਲ ਜਿਹੜਾ ਇਨਸਾਨ ਲੋਭੀ ਬਿਰਤੀ ਲੈ ਕਰਕੇ ਆਪਣੇ ਜੀਵਨ ਨੂੰ ਜਿਉਂਦਾ ਹੈ, ਕਿਉਂਕਿ ਅਸੀਂ ਆਕਾਸ਼ ਦੀ ਗੱਲ ਕਰ ਰਹੇ ਹਾਂ, ਆਕਾਸ਼ ਖੁੱਲਾ ਹੈ ਨਾ, ਆਪਣੇ ਮਾਨਸਿਕ ਤੌਰ ਦੇ ਉੱਤੇ ਅਵਸਥਾ ਸਾਡੀ ਖੁੱਲੀ ਹੈ, ਇਹਦੇ ਵਿੱਚ ਇਨਸਾਨ ਭੱਜਾ ਫਿਰਦਾ ਹੈ ਆਪਣੇ ਵੱਲੋਂ, ਇਹਨੂੰ ਕੋਈ ਲਗਾਮ ਨਹੀਂ ਦਿੱਤੀ। ਦੇਖੋ ਇੱਕ ਗੱਲ ਪੱਕੇ ਤੌਰ ਦੇ ਉੱਤੇ ਅਸੀਂ ਗੱਲ ਆਪ ਜੀ ਨੂੰ ਸਾਂਝੀ ਕਰਦੇ ਹਾਂ ਕਿ ਪਰਮਾਤਮਾ ਨੇ ਹਰੇਕ ਜੀਵ ਨੂੰ ਇੱਕੋ ਜਿਹਾ ਹੀ ਸਾਰਿਆਂ ਨੂੰ ਬਣਾਇਆ ਹੈ, ਸਾਰਿਆਂ ਦੇ ਵਿੱਚ ਵੀ ਉਹ ਆਪ ਵਿਰਾਜਮਾਨ ਹੈ ਤੇ ਵਿਰਾਜਮਾਨ ਹੋ ਕੇ ਸਾਰਿਆਂ ਨੂੰ ਛੱਡ ਦਿੱਤਾ ਹੈ ਕਿ ਤੁਸੀਂ ਆਪਣੇ ਕਰਮ ਕਰਨੇ ਆ। ਹੁਣ ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਹੈ, ਲੇਕਿਨ ਕਿਸੇ ਨੂੰ ਉਹਨੇ ਰੋਕ ਕੇ ਨਹੀਂ ਰੱਖਿਆ ਕਿ ਤੂੰ ਆਹ ਕਰ ਜਾਂ ਆਹ ਨਾ ਕਰ। ਉਹਨੇ ਸਿੱਧੇ ਖੁੱਲੀ ਛੁੱਟੀ ਦਿੱਤੀ ਹੈ, ਤੂੰ ਆਪਣੇ ਜੀਵਨ ਜੋ ਕਰਨਾ ਕਰ, ਮੈਂ ਤੇਰਾ ਲੇਖਾ ਬਾਅਦ ਚ ਲਾਉਂਗਾ। ਖੁੱਲੀ ਛੁੱਟੀ ਦੇ ਦਿੱਤੀ ਹੈ। ਤੇ ਹੁਣ ਅਸੀਂ ਦੇਖਣਾ ਹੈ ਕਿ ਜੇਕਰ ਅਸੀਂ ਵਿਕਾਰੀ ਬਿਰਤੀ ਵੱਲ ਤੁਰਦੇ ਹਾਂ ਤੇ ਪ੍ਰਮਾਤਮਾ ਸਾਨੂੰ ਦੇਖ ਰਿਹਾ, ਜੇਕਰ ਚੰਗੇ ਕਰਮ ਕਰ ਰਹੇ ਫਿਰ ਵੀ ਪ੍ਰਮਾਤਮਾ ਦੇਖ ਰਿਹਾ, ਜੇ ਪਰਿਵਾਰਕ ਸੁੱਖ ਵਾਸਤੇ ਦੇਖ ਰਹੇ ਹਾਂ ਤਾਂ ਵੀ ਪ੍ਰਮਾਤਮਾ ਦੇ। ਚੰਗੇ ਮਾੜੇ ਕਰਮ ਸਾਡੇ ਉਹ ਸਾਰੇ ਪ੍ਰਮਾਤਮਾ ਵਾਚ ਰਿਹਾ ਸਾਡੇ ਜੀਵਨ ਦੇ ਵਿੱਚ ਬਹਿ ਕਰਕੇ। ਲੇਕਿਨ ਜੇਕਰ ਅਸੀਂ ਗਲਤ ਪਾਸੇ ਤੁਰਾਂਗੇ, ਉਸ ਬਿਰਤੀਆਂ ਨੂੰ ਲੈ ਕਰਕੇ ਗਲਤ ਪਾਸੇ ਤੁਰਾਂਗੇ ਤੇ ਸਾਡੇ ਜੀਵਨ ਦੇ ਵਿੱਚ ਉਹਦੇ ਪ੍ਰਭਾਵ ਹੋਰ ਪੈਣਗੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਤਾਂ ਇੱਥੋਂ ਤੱਕ ਆਖਦੇ ਨੇ ਕਿ ਉਸੇ ਤਰੀਕੇ ਦੇ ਨਾਲ ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਾਇਓ ਸਭ ਬੇਗਾਰਾ। ਕਹਿੰਦੇ ਲੋਭ ਦੀ ਲਹਿਰ ਜਿਹੜੀ ਹੈ ਨਾ, ਇਹ ਕੁੱਤੇ ਦੇ ਵਾਂਗ ਸਾਨੂੰ ਹਲਕਾਇਆ ਹੋਇਆ ਹੈ। ਹਰ ਪਾਸੇ ਅਸੀਂ ਦੌੜੇ ਫਿਰਦੇ ਹਾਂ, ਆਪਣਾ ਪਰਾਇਆ ਨਾ ਪਛਾਣਾਈ, ਖਸਮੋ ਧੱਕੇ ਖਾਹੇ। ਲੋਭੀ ਇਨਸਾਨ ਆਪਣੇ ਪਰਾਏ ਦੀ ਪਹਿਚਾਣ ਨਹੀਂ ਰੱਖਦਾ, ਬਸ ਸਹੀ ਗਲਤ ਦੀ ਵੀ ਉਹਨੂੰ ਸੁੱਝ ਹੀ ਨਹੀਂ ਰਹਿ ਜਾਂਦੀ। ਜਦੋਂ ਲੋਭੀ ਹੋ ਜਾਂਦਾ ਹੈ ਉਦੋਂ ਮਨ ਨਹੀਂ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਇਵੇਂ ਕਹਿ ਲਈਏ ਕਿ ਬਾਦਸ਼ਾਹ ਜਹਾਂਗੀਰ, ਬਾਦਸ਼ਾਹ ਅਕਬਰ ਬਾਦਸ਼ਾਹ ਜਾਂ ਆਪਣੇ ਔਰੰਗਜ਼ੇਬ ਬਾਦਸ਼ਾਹ, ਇਹਨਾਂ ਨੇ ਆਪਣੇ ਗੱਦੀ ਦੇ ਉੱਤੇ ਬਹਿਣ ਵਾਸਤੇ ਇਹਨਾਂ ਨੇ ਆਪਣੇ ਭਰਾਵਾਂ ਨੂੰ ਮਾਰਿਆ, ਨਿਆਣਿਆਂ ਨੂੰ, ਰਿਸ਼ਤੇਦਾਰਾਂ ਨੂੰ ਕਤਲ ਕਰਵਾ ਦਿੱਤੇ, ਇਹਨਾਂ ਨੇ ਦੀਵਾਰਾਂ ਦੇ ਵਿੱਚ ਚਿਣਵਾ ਕਰਕੇ ਕਾਲ ਕੋਠੜੀਆਂ ਚ ਪਾ ਕੇ ਜ਼ਹਿਰਾਂ ਦੇ ਕੇ ਮਰਵਾ ਦੇਣਾ ਕੀਤੇ। ਉਹਦਾ ਕਾਰਨ ਕੀ ਸੀ? ਤਖਤ ਦਾ ਲੋਭ, ਆਪਣੇ ਰਾਜ ਸੱਤਾ ਬਣਾਉਣ ਦਾ ਲੋਭ। ਤੇ ਉਹ ਲੋਭੀ ਭੱਖ ਨਾ ਪਛਾਣ ਆਈ, ਉਹ ਆਪਣੇ ਆਪ ਨੂੰ ਸਹੀ, ਮੇਰਾ ਰਿਸ਼ਤੇਦਾਰ ਕੌਣ ਹੈ, ਮੇਰਾ ਸੱਜਣ ਕਿਹੜਾ ਹੈ, ਮੇਰਾ ਬੇਲੀ ਕਿਹੜਾ ਹੈ, ਸਿਰਫ ਉਹਨਾਂ ਨੂੰ ਕੁਛ ਨਹੀਂ ਦਿਖਦਾ। ਸਿਰਫ ਤੇ ਸਿਰਫ ਉਹਨਾਂ ਦਿਖਦਾ ਆ ਕਿ ਮੇਰਾ ਮਤਲਬ ਕਿੱਥੋਂ ਨਿਕਲਦਾ ਹੈ, ਲੋਭ ਕੀ ਹੈ, ਮੇਰੇ ਵਾਸਤੇ ਕੀ ਫਾਇਦਾ ਆ। ਭਗਤ ਨਾਮਦੇਵ ਜੀ ਬੜਾ ਸੋਹਣਾ ਫਰਮਾਉਂਦੇ ਨੇ, ਆਂਦੇ ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾਹੇ। ਪ੍ਰਮਾਤਮਾ ਇਹ ਜਿਹੜੀ ਲੋਭ ਦੀ ਲਹਿਰ ਹੈ ਨਾ, ਇਹਦੇ ਵਿੱਚ ਸਾਰੇ ਡੁੱਬਦੇ ਜਾ ਰਹੇ ਆ। ਮਾਲਕਾ ਰਹਿਮਤ ਕਰ, ਇਸ ਕਾਇਆ ਨੂੰ ਬਚਾ ਲੈ, ਇਸ ਸੰਸਾਰ ਦੇ ਵਿੱਚੋਂ ਤਾਰ ਕੇ ਸਾਨੂੰ ਇਸ ਵਿਕਾਰਾਂ ਰੂਪੀ ਲੋਭ ਰੂਪੀ ਵਿੱਚੋਂ ਬਚਾ ਲੈ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਆਪਣੇ ਲੋਭ ਕੋ ਕੀਨੋ ਮੀਤ। ਅਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸੱਜਣ ਬੇਲੀ ਬਣਦੇ ਆ, ਆਪਣੇ ਆਪਣੇ ਲੋਭਾਂ ਦੇ ਕਰਕੇ ਹੀ ਸਵਾਰਥੀ ਹੋ ਕੇ ਮੇਲ ਜੋਲ ਵੱਧਦਾ ਹੈ। ਲੇਕਿਨ ਜੇਕਰ ਅਸੀਂ ਸਵਾਰਥ ਤੋਂ ਉੱਚੇ ਉੱਠ ਕੇ ਅਸੀਂ ਇੱਕ ਦੂਜੇ ਨਾਲ ਮਿਲਾਪ ਬਣਾਈਏ ਤੇ ਉੱਥੇ ਪ੍ਰੇਮ ਬਣੇਗਾ, ਉੱਥੇ ਸਨੇਹ ਹੋਵੇਗਾ। ਜਦੋਂ ਕਿਸੇ ਲੋਭ ਤੋਂ ਉੱਪਰ ਉੱਠ ਕਰਕੇ, ਜਦੋਂ ਅਸੀਂ ਲਾਲਚ ਲਾਲਸਾ ਤੋਂ ਉੱਪਰ ਉੱਠ ਕਰਕੇ ਕਿਸੇ ਦੇ ਨਾਲ ਸਨੇਹ ਪਾਵਾਂਗੇ, ਦੋਸਤੀ ਪਾਵਾਂਗੇ, ਤੇ ਉਹ ਸਨੇਹ ਇੱਕ ਰੱਬੀ ਪਿਆਰ ਬਣ ਜਾਵੇਗਾ। ਦੇਖੋ ਦੁਨੀਆਦਾਰੀ ਦੇ ਅੰਦਰ ਅਸੀਂ ਸੱਜਣ ਬੇਲੀਆਂ ਦੇ ਨਾਲ, ਜਿਹੜਾ ਯਾਰਾਂ ਦੋਸਤਾਂ ਦੇ ਨਾਲ ਪਿਆਰ ਹੁੰਦਾ ਹੈ, ਸੱਜਣ ਬੇਲੀਆਂ ਨਾਲ ਪਿਆਰ ਹੁੰਦਾ, ਉੱਥੇ ਲੋਭ ਨਹੀਂ ਹੁੰਦਾ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਭਗਤ ਪ੍ਰਹਿਲਾਦ ਨੇ, ਭਗਤ ਧਰੂ ਨੇ ਪਰਮਾਤਮਾ ਨਾਲ ਸਨੇਹ ਪਾਇਆ, ਉੱਥੇ ਕੋਈ ਲੋਭ ਨਹੀਂ ਸੀ, ਉੱਥੇ ਕੋਈ ਲਾਲਚ ਨਹੀਂ ਸੀ, ਕੋਈ ਲਾਲਸਾ ਨਹੀਂ ਸੀ, ਉਹ ਤਾਂ ਸਿਰਫ ਤੇ ਸਿਰਫ ਪਰਮਾਤਮਾ ਨਾਲ ਲੋਭ ਸੀ। ਭਗਤ ਕਬੀਰ ਜੀ, ਰਵਿਦਾਸ ਜੀ, ਫਰੀਦ ਜੀ, ਇਹਨਾਂ ਕੋਈ ਦੁਨੀਆਦਾਰੀ ਤੋਂ ਉੱਪਰ ਉੱਠ ਕਰਕੇ ਇਹਨਾਂ ਨੇ ਪਰਮਾਤਮਾ ਨਾਲ ਲੋਭ ਕੀਤਾ, ਪਿਆਰ ਕੀਤਾ। ਲੋਭ ਜਿਹੜਾ ਹੈ ਬਾਅਦ ਦੇ ਵਿੱਚ ਜਦੋਂ ਅਸੀਂ ਲਾਲਸਾ ਤੋਂ ਉੱਪਰ ਉੱਠ ਕੇ ਜਦੋਂ ਕਰਾਂਗੇ, ਉਹ ਪ੍ਰੀਤ ਦਾ ਰੂਪ
प्यार का रूप धारण कर जाता। विकार जिहड़े ने जदों ਅਸੀਂ ਉਹਨਾਂ ਵਿਕਾਰਾਂ ਨੂੰ ਦੂਸਰਾ ਰੂਪ ਦੇ ਦੇਵਾਂਗੇ, ਉਹ ਵਿਕਾਰ ਵਿਕਾਰ ਨਹੀਂ ਰਹਿ ਜਾਣਗੇ, ਬਲਕਿ ਉਹ ਸਾਡੀਆਂ ਪ੍ਰਕਿਰਤੀਆਂ ਦੇ ਵਿੱਚ ਸਹਾਇਕ ਹੋ ਕੇ ਪਰਮਾਤਮਾ ਨਾਲ ਜੁੜਨ ਦੇ ਵਿੱਚ ਸਹਾਇਕ ਹੋਵਣਗੇ। ਕਿਉਂਕਿ ਲੋਭੀ ਕਾ ਵੇਸਾ ਨਾ ਕੀਚੈ ਜੇ ਕਾ ਪਲ ਵਸਾਏ, ਗੁਰਬਾਣੀ ਦੇ ਅੰਦਰ ਇੱਕ ਨਹੀਂ ਅਨੇਕਾਂ ਪਰਮਾਤਮਾ ਨੇ ਇਹੋ ਜਿਹੇ ਪ੍ਰਮਾਣ ਦਿੱਤੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਸ ਲੋਭ ਦੇ ਬਾਰੇ विचार कर सकते हैं। जिथों तक वाह चलती लोभी दी यकीन नहीं किया जाता, कोई विरला ही सूरमा है जिहड़ा गुरबाणी दी रोशनी दे विच परमात्मा दी बख्शिश दे विच लग करके अपने जीवन नूं विवेक बुद्ध वाल तोरदा है, लोभ नूं सेवा दे विच बदलदा है। लोभ नूं सेवा, सहायता, सिमरन, लोक भलाई आदि सुचज्जे कारजां संजमा हित लई वरतिया जा सकता है। ये विवेक बुद्ध कित्थों मिलनी है? सतगुरु की शरण दे विचों ही प्राप्त होनी है। देखो हरेक चीज का जेकर सप की जहर दे नाल बंदा मरदा है ते सप की जहर दे नाल ही इंसान बचदा भी है। हरेक जेकर विकार ने उन्हां विकारां तो परमात्मा नाल जुड़न दा भी नाल ही गुरु पातशाह ने साधन देना कीता है। पूंजी पाप लोभ की कीत, मैं पाप दी पूंजी इकट्ठी बेशक करदा पिया हां, कर कर क्रिया चार वधाए, मन पाखंड मन कर्म कपट लोभाइया, बेशुआ के घर बेटा जन्मिया पिता ताहे क्या नाम सो दईया। पर जेकर इंसान धार्मिक कर्मां दे करके लोभी बन करके इंसान बेशक पहरावे धार्मिक पान लवे, लेकिन लोभी दी बिरती ना जावे तां जेकर वेसुआ दे घर कोई बच्चा जन्म लैंदा है ते ओदा नां की दिता जांदा, ओदे प्यो दा की नां होवेगा कोई दस नहीं सकदा। बस उसे तरीके दे नाल जेकर असीं सच्चे सतगुरु नूं छड्ड करके सिर्फ तो सिर्फ धार्मिक पहरावे पहन करके लोभी बिरतियां दे नाल असीं अपने जीवन नूं करांगे ते सानूं कदी भी परमात्मा दे दर दे उत्ते प्राप्ति नहीं हो सकदी। जेकर परमात्मा दे नाल मिलना है ते उस समय की करना पवेगा? देख कुटुंब सब मोह लुभाना, चलदियां नाल ना जाई, सतगुर सेव गुण निधान पाया, तिसकी कीमत पाई ना पाई। कहने लगे जेकर सिर्फ तो सिर्फ लोभ घर परिवार कुटुंब वाल देखदियां होया जेकर असीं लोभी बिरती च रह करके ही अपना जीवन इसे तरीके नाल गवा लवांगे ते फिर परमात्मा दर ते किद्दां पवांगे? हाँ, जेकर परमात्मा दे दर दे उत्ते पैना है ते सतगुर सेव गुण निधान पाया तिसकी कीम ना पाई। लेकिन जेकर किते वाहिगुरू मेहर कर दे ना, सच्चा सतगुरु मिल जावे ना, तो सच्चा सतगुरु इन्नी क बख्शिश कर दिंदा है कि उहदी कीमत नहीं पाई जा सकती, उहदी बयानी नहीं जा सकती जेकर वही इंसान परमात्मा नाल जुड़ के उस विकार नूं सच्चे मार्ग दे वल तुरन दे वास्ते पा दिंदा है। हर प्रभ सखा मीत प्रभ मेरा, अंते होए सखाई। आंदे प्रभु परमात्मा फिर रहमत करके वो बख्शिश करके परमात्मा अपने नाल मित्र बन के सखा बन के अपने नाल जोड़ लैंदा है। जीव अपने परिवार नूं वेख के मोह दे विच फस जांदा है, पर परिवार दा कोई साथी जगत दे अंदर तुरन विच जीव दे नाल नहीं जांदा, मनुख दे नाल केवल ते केवल जिहड़ा जीव इंसान जिहो जिहे कर्म करेगा उहो जिहा इंसान नूं फल प्राप्त होवेगा। देखो कोई भी इंसान किसी दे नाल जन्मदा नहीं, ना ही किसी दे नाल मरदा है। हरेक नूं लेखा जोखा आपो अपना ही देना पैना है। जेकर असीं अपने चंगे कर्म करांगे सानूं चंगा फल प्राप्त होवेगा, जेकर माड़े कर्म करांगे सानूं माड़ा उसका फल प्राप्त होना है। जिस मनुख नूं गुरु दसी सेवा दे नाल नाम सिमरन भजन बंदगी कीती होवेगी उहनूं उत्थों ही लाह प्राप्त होना है। ते जिहड़े उस परमात्मा नूं छड्ड के थां थां दे उत्ते भटकणगे उहनां नूं उहदे विचों ही दुर्गति ही उन्होंने प्राप्त होनी है। भगत जयदेव जी भी आखना करते ने कि जेकर तू जम नूं जितना चाहना है ते अपने जीवन दे अंदर सुख चाहना है
ਤੇ ਲੋਭਾਂ ਦਾ ਵਿਕਾਰ ਛੱਡ ਕੇ ਪਰ ਪਰ ਘਰ ਵਾਸਤੇ, ਪਰ ਤਨ ਵਾਸਤੇ, ਪਰ ਆਚਰਣ ਵਾਸਤੇ ਮਰਿਆਦਾ ਤੋਂ ਉਲਟ ਨਾ ਹੋ। ਤੂੰ ਆਪਣੇ ਜੀਵਨ ਦੇ ਅੰਦਰ ਸਿੱਧੇ ਰਸਤੇ ਦੇ ਉੱਤੇ ਪੈ ਕੇ ਇਹਨਾਂ ਵਿਕਾਰਾਂ ਨੂੰ ਤਿਆਗ ਕਰਕੇ, ਦੇਖੋ ਗੁਰੂ ਪਾਤਸ਼ਾਹ ਨੇ ਬੜਾ ਸੌਖਾ ਜਿਹਾ ਤਰੀਕਾ ਦੱਸਿਆ। ਗੁਰਦੇਵ ਪਾਤਸ਼ਾਹ ਨੇ 5 ਕਕਾਰਾਂ ਨੂੰ ਇੱਕ ਵਰਦੀ ਦਾ ਰੂਪ ਦਿੱਤਾ। ਉਹਨਾਂ ਦਾ ਕਾਰਨ ਕੀ ਸੀ ਕਿ ਇਨਸਾਨ ਨਾ ਕਿਸੇ ਦਾ ਮਾੜਾ ਕਰੇ। ਕੜਾ ਪਹਿਨਾ ਦੇਣਾ ਕੀਤਾ ਕਿ ਸੱਜੇ ਹੱਥ ਨਾਲ ਕਿਸੇ ਨਾਲ ਤੂੰ ਅਤਿਆਚਾਰ ਨਹੀਂ ਕਰਨਾ, ਮਾੜਾ ਕੰਮ ਨਹੀਂ ਕਰਨਾ, ਗਲਤ ਕਾਰਜ ਨਹੀਂ ਕਰਨਾ। ਕਛਹਿਰਾ ਦਿੱਤਾ ਜਤ ਸਤ ਦਾ ਪ੍ਰਤੀਕ। ਕਿਰਪਾਨ ਦਿੱਤੀ ਇਹਨਾਂ ਨੇ ਕਿ ਕਿਸੇ ਨਿਰਦਈ ਦਾ ਜ਼ੁਲਮ ਨਾ ਸਹਾਰੀ ਤੇ ਨਾ ਕਿਸੇ ਦੇ ਉੱਤੇ ਜ਼ੁਲਮ ਕਰੀ। ਸੌਖੇ ਜਿਹੇ ਤਰੀਕੇ ਦੇ ਨਾਲ ਉਹਨਾਂ ਸਮਝਾ ਦੇਣਾ ਕੀਤਾ ਕਿ ਇਹਨਾਂ ਵਿਕਾਰਾਂ ਤੋਂ ਬਚ ਕੇ ਰਹੀ ਤੇ ਕੇਸ ਤੈਨੂੰ ਪ੍ਰਮਾਤਮਾ ਦੀ ਦਾਤ ਹੈ ਤੇ ਇਹਨਾਂ ਨੂੰ ਕੇਸਾਂ ਨੂੰ ਸੰਭਾਲਣ ਵਾਸਤੇ ਕੰਘੀ ਦੀ ਦਾਤ ਵੀ ਦਿੱਤੀ ਕਿ ਤੂੰ ਇਹਨਾਂ ਨੂੰ ਸਾਫ਼ ਵੀ ਰੱਖਣਾ ਹੈ। ਤੇ ਨਾਲ ਨਾਲ ਇਹਨਾਂ ਨੇ 4 ਕੁਰੈਤਾਂ ਵੀ ਦੱਸ ਦਿੱਤੀਆਂ ਕਿ 4 ਕੁਰੈਤਾਂ ਤੋਂ ਬਚੇਗਾ, ਹੋਰ ਤੈਨੂੰ ਜੀਵਨ ਦੇ ਵਿੱਚ ਆਰਾਮ ਦੇ ਨਾਲ ਤੂੰ ਸੁਖੀ ਜੀਵਨ ਬਤੀਤ ਕਰ, ਤੈਨੂੰ ਕਿਸੇ ਗੱਲੋਂ ਵੀ ਕੋਈ ਕਮੀ ਨਹੀਂ ਆਵੇਗੀ। ਆਮ ਤੌਰ ਦੇ ਉੱਤੇ ਕਈ ਵਾਰੀ ਅੰਮ੍ਰਿਤ ਛਕਾਉਣ ਵੇਲੇ ਜਾਂ ਛਕਣ ਵਾਲਿਆਂ ਨੂੰ ਬੜਾ ਡਰਾਇਆ ਜਾਂਦਾ ਹੈ ਕਿ ਅੰਮ੍ਰਿਤ ਤੋਂ ਪਤਾ ਨਹੀਂ ਬੜਾ ਔਖਾ ਆ, ਅੰਮ੍ਰਿਤ ਛਕਿਆ ਨਹੀਂ ਜਾਣਾ, ਖੰਡਿਓ ਸਿੱਖੀ ਬੜੀ ਬਰੀਕ ਆ, ਖੰਡਿਓ ਤਿੱਖੀ ਵਾਲੋਂ ਨਿੱਕੀ ਹੈ, ਇਹ ਤਾਂ ਮਰ ਗਿਆ। ਸਿਰਫ ਸੌਖੀਆਂ ਦੀਆਂ 4 ਕੁਰੈਤਾਂ ਦੱਸੀਆਂ ਵੀ ਇਹਨਾਂ 4 ਚੀਜ਼ਾਂ ਤੋਂ ਤੁਸੀਂ ਬਚ ਕੇ ਰਹਿਣਾ। ਤੰਬਾਕੂ ਨਹੀਂ ਵਰਤਣਾ, ਕੇਸ ਕਤਲ ਨਹੀਂ ਕਰਾਉਣੇ, ਫਿਰ ਤੁਸੀਂ ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਨਹੀਂ ਖਾਣਾ ਤੇ ਹਲਾਲ ਕੀਤਾ ਹੋਇਆ ਮਾਸ ਨਹੀਂ ਖਾਣਾ। ਸਿਰਫ ਆ 4 ਚੀਜ਼ਾਂ ਤੋਂ ਬਚਣਾ, ਬਾਕੀ ਤੁਸੀਂ ਆਰਾਮ ਨਾਲ ਜ਼ਿੰਦਗੀ ਜੀਓ। ਗੁਰੂ ਪਾਤਸ਼ਾਹ ਨੇ ਕਿਤੇ ਕੋਈ ਔਖਾ ਕਠਿਨ ਘਾਲਣਾ ਨਹੀਂ ਦੱਸੀ, ਕੋਈ ਹਿਮਾਲਿਆ ਤੇ ਚੜ੍ਹਨ ਦੇ ਬਾਰੇ ਨਹੀਂ ਦੱਸਿਆ, ਜਾਂ ਕੋਈ ਆਪਣੇ ਜੀਵਨ ਚੋਂ ਜ਼ਿੰਦਗੀ ਦੇ ਕਈ ਸਾਲ ਕਿਤੇ ਵਿਅਰਥ ਜਗ੍ਹਾ ਦੇ ਉੱਤੇ ਜਾ ਕੇ ਬਤੀਤ ਕਰਨੇ। ਤੁਸੀਂ ਸਿੰਪਲ ਘਰਾਂ ਦੇ ਆਪਣੇ ਘਰਾਂ 'ਚ ਰਹੋ, ਪਰਿਵਾਰਾਂ 'ਚ ਰਹੋ, ਪਰਿਵਾਰਾਂ 'ਚ ਰਹਿ ਕੇ ਆਪਣਾ ਜੀਵਨ ਬਤੀਤ ਕਰੋ। ਤੁਸੀਂ ਜੇਕਰ ਸਾਡੇ ਜੀਵਨ ਦੇ ਅੰਦਰ ਜੇਕਰ ਤੁਸੀਂ ਪ੍ਰਮਾਤਮਾ ਨਾਲ ਮਿਲਣਾ ਚਾਹੁੰਦੇ ਹੋ, ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਜੰਗਲ ਬੀਆਬਾਨਾਂ ਤੁਰੇ ਫਿਰੋ ਤੇ ਫਿਰ ਜਾ ਕੇ ਪ੍ਰਮਾਤਮਾ ਲੋਭ ਨੂੰ, ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਸ਼ ਨੂੰ ਤੁਸੀਂ ਉੱਥੇ ਜਾ ਕੇ ਖਤਮ ਕਰ ਸਕਦੇ ਹੋ। ਦੇਖੋ ਕਿਤੇ ਬਾਹਰ ਜਾਣ ਦੇ ਨਾਲ ਵਿਕਾਰ ਨਹੀਂ ਖਤਮ ਹੋਣੇ। ਮੈਂ ਸ਼ੁਰੂਆਤ ਤੇ ਬੇਨਤੀ ਕੀਤੀ ਆ, ਵਿਕਾਰਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਵਿਕਾਰਾਂ ਨੂੰ ਅਸੀਂ ਆਪਣਾ ਪੋਜ਼ਿਟਿਵ ਪੁਆਇੰਟ ਬਣਾਉਣਾ ਹੈ। ਜਿਹੜੇ ਵਿਕਾਰ ਨੇ, ਹੁਣ ਲੋਭ ਆ, ਇਹਨੂੰ ਅਸੀਂ ਆਪਣਾ ਜੀਵਨ ਦੇ ਅੰਦਰ ਪੋਜ਼ਿਟਿਵ ਪੁਆਇੰਟ ਬਣਾਉਣਾ, ਬਲਕਿ ਅਸੀਂ ਉਸ ਲਾਲਸਾ ਨਾਲ ਫਲਾਣੇ ਕੋ ਆ ਚੀਜ਼ਾਂ ਤੇ ਜਾਨੀ ਕਿ ਉਹਨੂੰ ਕਿੱਦਾਂ ਆ ਗਈ ਜਾਂ ਕੋਈ ਗਲਤ ਤਰੀਕੇ ਨਾਲ ਖੋ ਲਵਾਂ, ਬਲਕਿ ਆਪ ਇਹਨੇ ਸਟੇਬਲ ਹੋਣਾ, ਆਪ ਇਹਨੇ ਸਕਸੈਸ ਹੋਣਾ ਆ ਕਿ ਉਹ ਚੀਜ਼ ਅਸੀਂ ਵੀ ਲੈ ਸਕੀਏ। ਔਰ ਆਮ ਤੌਰ ਤੇ ਛੋਟੀ ਜਿਹੀ ਉਦਾਹਰਨ ਜਿੱਦਾਂ ਆਖ ਦਿੰਦੇ ਆ ਨਾ ਕਿ ਸੜਨਾ ਰੀਸ ਕਰ, ਵੀ ਸੜਨਾ ਨਹੀਂ ਆ ਕਿਸੇ ਚੀਜ਼ ਵੱਲ ਵੇਖ ਕੇ, ਬਲਕਿ ਮਿਹਨਤ ਕਰਨੀ ਆ, ਮਿਹਨਤ ਕਰਕੇ ਉਹ ਆਪ ਉਸ ਚੀਜ਼ ਦੇ ਸਨਮੁਖ ਹੋਣਾ। ਇਹ ਸਾਡੇ ਜੀਵਨ ਦੇ ਅੰਦਰ ਲੋਭ ਦੀ ਗੱਲ ਆਈ ਸੀ। ਹੁਣ ਦੂਸਰਾ ਪੁਆਇੰਟ ਹੈ ਮੋਹ ਦੀ ਗੱਲ ਆਉਂਦੀ ਹੈ। ਮੋਹ ਦੇ ਵਿੱਚ ਕੀ ਹੈ? ਕਿਸੇ ਨਾਲ ਹੱਦ ਤੋਂ ਵੱਧ ਮਨ ਦੀ ਪਕੜ ਜਾਂ ਲਗਾਓ ਹੋਣਾ। ਆਪਣੇ ਫਰਜ਼ ਦੇ ਪਾਲਣ ਲਈ ਕਿਸੇ ਨਾਲ ਸਨੇਹ ਕਰਨਾ ਜਾਂ ਪ੍ਰੇਮ ਕਰਨਾ ਮੋਹ ਨਹੀਂ ਹੈ। ਆਪਣੇ ਫਰਜ਼ ਦੀ ਪਾਲਣਾ ਲਈ ਕਿਸੇ ਨਾਲ ਸਨੇਹ ਕਰਨਾ ਜਾਂ ਪ੍ਰੇਮ ਕਰਨਾ ਮੋਹ ਨਹੀਂ। ਆਪਣੇ ਧੀਆਂ ਪੁੱਤਾਂ ਨਾਲ, ਆਪਣੀ ਪਤਨੀ ਨਾਲ, ਆਪਣੇ ਮਾਂ-ਪਿਓ ਨਾਲ, ਉਹ ਮੋਹ ਦੇ ਰੂਪ ਚ ਨਹੀਂ ਹੈ, ਵਿਕਾਰਾਂ ਦੇ ਰੂਪ ਚ ਨਹੀਂ ਹੈ। ਧੀਆਂ ਪੁੱਤਾਂ ਨਾਲ ਸਾਰੇ ਮੋਹ ਕਰਦੇ ਆ, ਦੁਨੀਆਦਾਰੀ ਮੋਹ ਕਰਦੀ ਹੈ, ਉਹ ਵਿਕਾਰ ਨਹੀਂ ਬਣਾਉਂਦੇ। ਅਸਲ ਦੇ ਵਿੱਚ ਅਗਿਆਨਤਾ ਕਰਕੇ ਜਗਤ ਦੇ ਪਦਾਰਥਾਂ ਦੇ ਵਿੱਚ ਮਨ ਨੂੰ ਖਚਿਤ ਕਰਨਾ, ਮਗਨ ਹੋ ਜਾਣਾ ਮੋਹ ਅਖਵਾਉਂਦੇ ਹਨ। ਇਸ ਨੂੰ ਸਨੇਹ, ਮੁਹੱਬਤ, ਲਗਨ ਵੀ ਆਖਿਆ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੇ ਮਨ ਦੇ ਹੱਠ ਨਾਲ ਰੱਬ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਕਈ ਮਨੁੱਖ ਹੱਠ ਕਰਨ ਨਾਲ ਕਰਮ ਕਰਕੇ ਅਖੀਰ ਥੱਕ ਗਏ। ਮਨ ਹੱਠ ਅਸਲ ਚ ਕੀ ਹੁੰਦਾ ਹੈ ਕਿ ਮਨ ਦੇ ਅੰਦਰ ਹੱਠ ਕਰ ਲੈਣਾ ਕਿ ਮੈਂ ਆਹ ਚੀਜ਼ ਪ੍ਰਾਪਤ ਕਰਨੀ ਹੈ। ਜੋ ਜੋਗੀ ਲੋਕ ਕਰਦੇ ਸਨ ਕਿ ਸਮਾਧੀ ਲਾ ਕੇ ਮੈਨੂੰ शिव जी महाराज दर्शन देणगे तां मैं समाधि तोड़ूंगा। एक लत्त ते खड़े हो जाना, मैं उन्नी देर तक इक्को लत्त ते खड़े रहना जिन्नी देर तक मैनूं आह चीज की प्राप्ति ना होए। जिवें महात्मा बुद्ध जी दे जीवन दे अंदर जदों असीं इतिहास पढ़दे हैं ना,
ਤੇ ਜ਼ਿਕਰ ਆਉਂਦੇ ਉਹਨਾਂ ਨੇ ਇਹ ਇੱਕ ਸਮਾਂ ਆਇਆ ਭਗਤੀ ਕਰਦਿਆਂ ਕਰਦਿਆਂ ਇੱਕ ਚੌਲ ਦਾ ਦਾਣਾ ਡੇਲੀ ਖਾਇਆ ਕਰਦੇ ਸੀ। ਕਹਿੰਦੇ ਵੀ ਮੈਂ ਪ੍ਰਮਾਤਮਾ ਦਾ ਨਾਂ ਜਪ ਕੇ ਜਿੰਨੀ ਦੇਰ ਤੱਕ ਮੈਨੂੰ ਗਿਆਨ ਨਹੀਂ ਹੁੰਦਾ, ਬੋਧ ਨਹੀਂ ਹੁੰਦਾ, ਉਨੀ ਦੇਰ ਤੱਕ ਮੈਂ ਇੱਥੋਂ ਨਹੀਂ ਉੱਠਣਾ ਹੈ। ਆਖਿਰਕਾਰ ਕਈ ਸਾਲ ਤਪ ਕਰਨ ਤੋਂ ਬਾਅਦ ਜਦੋਂ ਨਦੀ ਦੇ ਵਿੱਚੋਂ ਇਸ਼ਨਾਨ ਕਰਨ ਲੱਗੇ ਬੋਧ ਗਇਆ ਦੀ ਧਰਤੀ ਦੇ ਉੱਤੇ, ਤੇ ਸਰੀਰ ਇੰਨਾ ਕੁ ਨਿਢਾਲ ਹੋ ਗਿਆ ਸੀ, ਕਮਜ਼ੋਰ ਹੋ ਗਿਆ ਸੀ ਕਿ ਸਰੀਰ ਪਾਣੀ 'ਚ ਵਹਿਣ ਲੱਗ ਪਿਆ। ਤੇ ਉਹ ਫੜਦਿਆਂ ਟਹਿਣੀ ਦੇ ਨਾਲ ਫੜ ਕੇ ਤੇ ਆਪਣੇ ਸਰੀਰ ਨੂੰ ਬੜੇ ਜ਼ੋਰ ਨਾਲ ਬਾਹਰ ਕੱਢਿਆ। ਕਹਿਣ ਲੱਗੇ ਜੇਕਰ ਮਨ ਦੇ ਵਿੱਚ ਇਹ ਖਿਆਲ ਆਇਆ, ਮਨ ਦੇ ਅੰਦਰ ਇਹ ਬੋਧ ਆਇਆ, ਗਿਆਨ ਆਇਆ ਕਿ ਜੇਕਰ ਮੈਂ ਇਸ ਛੋਟੀ ਜਿਹੀ ਨਦੀ ਦੇ ਵਿੱਚੋਂ ਹੀ ਆਪਣੇ ਸਰੀਰ ਨੂੰ ਨਹੀਂ ਕੱਢ ਸਕਿਆ ਤੇ ਪ੍ਰਮਾਤਮਾ ਦੇ ਦਰ ਦੇ ਉੱਤੇ ਮੈਂ ਕਿਵੇਂ ਪਹੁੰਚੂਗਾ, ਇਸ ਭਵ ਸਾਗਰ ਦੇ ਵਿੱਚੋਂ ਮੈਂ ਕਿਵੇਂ ਬਾਹਰ ਨਿਕਲੂਗਾ। ਗਿਆਨ ਹੋ ਗਿਆ, ਫਿਰ ਉਹ ਸਿੱਧੇ ਰਸਤੇ ਉੱਤੇ ਤੁਰ ਕੇ ਪ੍ਰਮਾਤਮਾ ਦੇ ਬੋਧ ਦੁਨੀਆਂ ਨੂੰ ਦੇਣ ਲੱਗ ਪਏ। ਪ੍ਰਮਾਤਮਾ ਦੀ ਸੱਚਾਈ ਦੇ ਬਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਸਰੀਰ ਦੇ ਕਰਕੇ ਇਨਸਾਨ ਆਖੇ ਕਿ ਮੈਂ ਹੱਠ ਕਰ ਲਵਾਂ, ਜਪ ਕਰ ਲਵਾਂ, ਤਪ ਕਰ ਲਵਾਂ ਕਿ ਮੈਨੂੰ ਆਹ ਪ੍ਰਾਪਤੀ ਹੋ ਜਾਏਗੀ। ਤੇ ਮੈਨੂੰ ਜਿਵੇਂ ਆਪਾਂ ਹਿੰਦੂਤਵ ਜਾਂ ਪੁਰਾਤਨ ਗ੍ਰੰਥਾਂ ਦੇ ਵਿੱਚ ਪੜ੍ਹਦੇ ਹਾਂ ਕਿ ਰਾਵਣ ਨੇ ਜਪ ਤਪ ਕਰਕੇ ਜਾਂ ਹਰਨਾਕਸ਼ ਨੇ ਜਪ ਤਪ ਕਰਕੇ ਵਰ ਪ੍ਰਮਾਤਮਾ ਕੋ ਮੰਗੇ ਸੀ, ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਇਤਿਆਦਿਕ ਸਾਰੇ ਉਹਨਾਂ ਨੇ ਜਪ ਤਪ ਮੰਗੇ, ਜਪ ਤਪ ਕਰਕੇ ਇੱਕ ਚੀਜ਼ਾਂ ਦੀ ਪ੍ਰਾਪਤੀ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕੀਤੀ ਸੀ। ਹੁਣ ਉਹੀ ਗੱਲ ਆਖਣ ਲੱਗੇ ਕਿ ਮਨ ਹੱਠ ਕਰਨ ਦੇ ਨਾਲ ਕਈ ਭੇਖ ਕਰਕੇ ਵੀ ਭਟਕਦੇ ਹਨ, ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ। ਲੇਕਿਨ ਸਤਿਗੁਰੂ ਨੇ ਸਮਝਾਇਆ ਕਿ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਸਿਰਫ ਨਿਰੋਲ ਮੋਹ ਦਾ ਰੂਪ ਹੈ। ਇਹ ਸਾਰੇ ਹੀ ਹਰੀ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ। ਅੱਗੇ ਵੀ ਇੱਕਦਮ ਜਿਸ ਦਿਨ ਅਸੀਂ ਰਿੱਧੀਆਂ ਸਿੱਧੀਆਂ ਦੀ ਗੱਲ ਕੀਤੀ ਸੀ ਕਿ ਅਸਲ ਦੇ ਵਿੱਚ ਅਸੀਂ ਆਮ ਇਨਸਾਨ ਹੈ। ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ, ਪ੍ਰਮਾਤਮਾ ਸਾਨੂੰ ਬਖਸ਼ਿਸ਼ਾਂ ਕਰਦਾ ਹੈ, ਉਹ ਰਿੱਧੀਆਂ ਸਿੱਧੀਆਂ ਦੇ ਰੂਪ ਚ ਦਿੰਦਾ ਹੈ। ਦੁਨੀਆਦਾਰੀ ਦੇ ਲੋਕ ਜ਼ਿਆਦਾਤਰ ਰਿੱਧੀਆਂ ਸਿੱਧੀਆਂ ਦੇ ਵਿੱਚ ਆਣ ਕੇ ਹੀ ਉਲਝਣਾ ਚਾਣ ਕੇ ਖਤਮ ਹੋ ਜਾਂਦੇ ਨੇ। ਲੇਕਿਨ ਇਹਨਾਂ ਤੋਂ ਕੋਈ ਵਿਰਲੇ ਜਾਂ ਨਹੀਂ ਜਿਹੜੇ ਉੱਪਰ ਨਿਕਲ ਕੇ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ। ਸਾਹਿਬ ਕਹਿਣਗੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਅਤੇ ਇਹ ਰਿੱਧੀਆਂ ਸਿੱਧੀਆਂ ਸਿਰਫ ਤੇ ਸਿਰਫ ਮਨ ਨੂੰ ਮੋਹਣ ਵਾਸਤੇ ਪ੍ਰਮਾਤਮਾ ਦਾ ਨਾਮ ਦੇ ਵਿੱਚ ਨਹੀਂ ਵਸ ਆਉਣ ਦਿੰਦੀਆਂ, ਪ੍ਰਮਾਤਮਾ ਦੇ ਚਰਨਾਂ ਦੇ ਨਾਲ ਨਹੀਂ ਜੁੜਨ ਲੱਗੀਆਂ। ਅਸਲ ਦੇ ਵਿੱਚ ਮੋਹ, ਖਿੱਚ, ਸੁਦਾ, ਲਗਨ, ਦੀਵਾਨਾਪਨ ਮਨ ਅਤੇ ਸਰੀਰ ਦਾ ਇੱਕ ਮਿਜ਼ਾਜ ਹੁੰਦਾ ਹੈ, ਜਿਸ ਨੂੰ ਆਮ ਤੌਰ ਤੇ ਪਿਆਰ ਦੀ ਭਾਵਨਾ ਜਾਂ ਕਿਸਮ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਇਸ ਸਦਕਾ ਫਲਸਫੇ ਦਾ ਮਨੋਵਿਗਿਆਨਕ ਵਿੱਚ ਵਲਵਲੇ ਰੋਗ ਅਸਰ ਭਾਵਨਾ ਜਾਂ ਕਿਸਮ ਦੇ ਰੂਪ ਚ ਵੇਖਿਆ ਜਾ ਸਕਦਾ ਹੈ। ਇਹ ਸਦਕਾ ਫਲਸਫੇ ਦੇ ਮਨੋਰਥ ਵਲਵਲੇ ਦੇ ਰੂਪ ਦੇ ਸੁਭਾਅ ਨੂੰ ਲੈ ਕੇ ਸ਼ਾਖਾ ਪੈਦਾ ਹੁੰਦੀਆਂ ਨੇ। ਮੋਹ ਆਮ ਤੌਰ ਦੇ ਉੱਤੇ ਪਿਆਰ ਦੀ ਅਜਿਹੀ ਭਾਵਨਾ ਜਾਂ ਕਿਸਮ ਲਈ ਵਰਤਿਆ ਜਾਂਦਾ ਹੈ ਜੋ ਆਮ ਤੌਰ ਤੇ ਦੋਸਤੀ ਜਾਂ ਸਖਾ ਜਾਂ ਸੱਜਣ ਵਾਸਤੇ ਵੀ ਵਰਤਿਆ ਜਾਂਦਾ ਹੈ। ਅਸਲ ਦੇ ਵਿੱਚ ਮੋਹ, ਪ੍ਰੇਮ, ਪਿਆਰ, ਲਗਾਓ, ਮੋਹ, ਪਿਆਰ, ਪ੍ਰੇਮ, ਲਾਡ, ਦੁਲਾਰ ਇਹ ਪੰਜ ਵਿਕਾਰਾਂ ਵਿੱਚੋਂ ਚੌਥੇ ਕ੍ਰਮ ਦੇ ਉੱਤੇ ਰੱਖਿਆ ਗਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚੌਥੇ ਥਾਂ ਦੇ ਉੱਤੇ ਰੱਖਿਆ ਗਿਆ ਹੈ। ਇਸ ਤੋਂ ਭਾਵ ਹੈ ਕਿ ਕਿਸੇ ਵਸਤੂ ਜਾਂ ਵਿਅਕਤੀ ਪ੍ਰਤੀ ਖਿੱਚ, ਚਾਹਤ ਜਾਂ ਮਮਤਾ ਮਾਇਆ ਦੇ ਪਰਿਵਾਰ ਦਾ ਅੰਗ ਹੈ। ਇਹ ਮਾਇਆ ਦੀ ਸੰਤਾਨ ਵੀ ਕਿਹਾ ਜਾ ਸਕਦਾ ਹੈ। ਮਨੁੱਖ ਦੀਆਂ ਬੁਨਿਆਦੀ ਬਿਰਤੀਆਂ ਵਿੱਚ ਹੋਣ ਕਰਕੇ ਮਨੁੱਖ ਜੀਵਨ ਵਿਸ਼ੇਸ਼ ਥਾਂ ਹੈ, ਪਰ ਜਦੋਂ ਬਿਰਤੀ ਦੀ ਲੋੜ ਤੋਂ ਵੱਧ ਜਾਂਦੀ ਹੈ ਫਿਰ ਇਹ ਮਮਤਾ ਦਾ ਰੂਪ ਧਾਰਨ ਕਰ ਲੈਂਦੀ ਹੈ। ਮੂੰਹ ਚ ਡੁੱਬਾ ਹੋ ਕਰਕੇ ਕਿਉਂਕਿ ਜਿਹੜਾ ਇਨਸਾਨ ਡੁੱਬ ਜਾਂਦਾ ਹੈ ਉਹਦਾ ਤਰਨਾ ਬੜਾ ਔਖਾ ਹੋ ਜਾਂਦਾ ਹੈ। ਗੁਰਬਾਣੀ ਵਿੱਚ ਗੁਰਦੇਵ ਪਾਤਸ਼ਾਹ ਨੇ ਇਸ ਮੋਹ ਦੇ ਗੁਬਾਰ ਨੂੰ, ਮੋਹ ਨੂੰ ਅੰਧ ਗੁਬਾਰ ਵੀ ਆਖਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਿਲਾਵਲ ਰਾਗ ਦੇ ਅੰਦਰ ਇਨਸਾਨ ਨੂੰ ਅੰਨੇ ਖੂਹ ਵਿੱਚ ਡਿੱਗੇ ਹੋਏ ਪ੍ਰਾਣੀ ਦੇ ਵਾਂਗ ਵੀ ਆਖਿਆ ਹੈ। ਅੰਧ ਕੂਪ ਮਹਿ ਪਰਿਓ ਪ੍ਰਾਨੀ, ਭਰਮ ਗੁਬਾਰ ਮੋਹ ਬੰਦ ਪਰੇ, ਕਹੋ ਨਾਨਕ ਪ੍ਰਭ ਹੋਤ ਦਇਆਰਾ, ਗੁਰ ਭੇਟੈ ਕਾਢੈ ਬਾਹ ਫਰੇ। ਗੁਰਦੇਵ ਪਾਤਸ਼ਾਹ ਸਮਝਾਉਣ ਲੱਗੇ ਕਿ ਇਨਸਾਨ ਅੰਧੇ ਖੂਹ ਦੇ ਵਿੱਚ, ਮੋਹ ਦੇ ਖੂਹ ਦੇ ਵਿੱਚ ਡਿੱਗਿਆ ਪਿਆ ਹੈ ਤੇ ਗੁਬਾਰ ਦੇ ਵਿੱਚ ਫਸਿਆ ਪਿਆ ਹੈ
ਤੇ ਇਸ ਐਸੇ ਫਸੇ ਹੋਏ ਗੁਬਾਰ ਦੇ ਵਿੱਚੋਂ ਜੇਕਰ ਪ੍ਰਮਾਤਮਾ ਰਹਿਮਤ ਕਰ ਦੇਵੇ, ਪ੍ਰਮਾਤਮਾ ਬਖਸ਼ਿਸ਼ ਕਰ ਦੇਵੇ ਤੇ ਆਪਣੀ ਬਾਹ ਦੇ ਕੇ, ਹੱਥ ਦੇ ਕੇ ਸਾਨੂੰ ਇਸ ਗੁਬਾਰ ਦੇ ਵਿੱਚੋਂ ਕੱਢ ਸਕਦਾ ਹੈ। ਭਗਤ ਰਵਿਦਾਸ ਜੀ ਤੇ ਪ੍ਰੇਮ ਵਿੱਚ ਅੰਤਰ, ਇਸ ਮੋਹ ਤੇ ਪ੍ਰੇਮ ਦੇ ਵਿੱਚ ਅੰਤਰ ਦੇਖੋ। ਇੱਕ ਮਾਂ ਨੇ ਆਪਣੇ ਪੁੱਤਰ ਦੇ ਨਾਲ ਕੀਤਾ ਹੋਇਆ ਮੋਹ ਉਹਦਾ ਪ੍ਰੀਤ ਹੈ, ਪਿਆਰ ਹੈ। ਇੱਕ ਪਿਤਾ ਦਾ ਬੱਚੇ ਪ੍ਰਤੀ ਮੋਹ ਜਿਹੜਾ ਆ ਉਹ ਪਿਆਰ ਆ। ਲੇਕਿਨ ਜੇਕਰ ਸਾਡਾ ਮੋਹ ਕਿਸੇ ਦੁਨੀਆਦਾਰੀ ਵਸਤੂਆਂ ਦੇ ਵੱਲ ਹੈ ਤੇ ਉਹ ਪਿਆਰ ਨਹੀਂ ਰਹੇਗਾ, ਉਹ ਇੱਕ ਸਾਡਾ ਵਿਕਾਰ ਬਣ ਜਾਵੇਗਾ। ਦੁਨੀਆਦਾਰੀ ਵਸਤੂਆਂ ਦੇ ਨਾਲ ਕੀਤਾ ਹੋਇਆ ਮੋਹ ਸਾਡਾ ਵਿਕਾਰ ਦਾ ਰੂਪ ਧਾਰਨ ਕਰ ਲਵੇਗਾ। ਅਸੀਂ ਦੁਨੀਆਦਾਰੀ ਮੋਹ ਨੂੰ ਛੁੱਟਣ ਵਾਸਤੇ ਕਿੰਨੇ ਵੀ ਯਤਨ ਕਰਦੇ ਹਾਂ, ਲੇਕਿਨ ਪ੍ਰਮਾਤਮਾ ਦੀ ਅਰਾਧਨ ਤੋਂ ਬਗੈਰ ਸਾਡਾ ਛੁਟਕਾਰਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਅਸੀਂ ਮੋਹ ਦੇ ਵਿੱਚ ਫਸੇ ਆ ਤੇ ਉਹ ਇਹੋ ਜਿਹੇ ਫਸੇ ਆ ਕਿ ਸਾਡੇ ਕੋਲ ਨਿਕਲਿਆ ਨਹੀਂ ਜਾਂਦਾ। ਜੋ ਹਮ ਬਾਂਧੇ वो फांस हम प्रेम बंधन तुम बांधे, अपने छूटन को जतन करो, हम छूटे तुम आराधे, माधवे जानत हो जैसी तैसी, अब कहाँ करोगे ऐसे, मीन पकड़ फांक्यो और कांट्यो, रांद कियो बहुबानी, खंड खंड कर भोजन कीनो, तो न बिसरियो पानी। ਹੁਣ ਇੱਥੇ ਗੁਰਦੇਵ ਪਾਤਸ਼ਾਹ ਨੇ, ਭਗਤ ਰਵਿਦਾਸ ਜੀ ਨੇ ਦੋ ਉਦਾਹਰਣਾਂ ਦੇਣੀਆਂ ਕੀਤੀਆਂ ਨੇ। ਪਹਿਲੀ ਰਹਾਉ ਦੀ ਬੰਦ ਦੀ ਜਦੋਂ ਅਸੀਂ ਗੱਲ ਕਰਦੇ, ਮਾਧਵੇ ਜਾਨਤ ਹੋ ਜੈਸੇ ਤੈਸੇ, हे ਪ੍ਰਮਾਤਮਾ ਜਿਹੋ ਜੀ ਜੀਵ ਆਤਮਾ ਹੈ ਮੈਨੂੰ ਆਪਣੇ ਦਰ ਦੇ ਉੱਤੇ ਪ੍ਰਵਾਨ ਕਰ ਲਈ। ਅਬ ਕਹਾਂ ਕਰੋਗੇ ਐਸੇ, ਅਤੇ ਜੇ ਅਸੀਂ ਕਿਹੋ ਜਿਹੇ ਹੋ ਸਕਦੇ ਹਾਂ, ਅਸੀਂ ਜੇ ਇਦਾਂ ਦੇ ਹੈਗੇ ਤੂੰ ਸਾਨੂੰ ਉਸੇ ਤਰੀਕੇ ਦੇ ਨਾਲ ਪ੍ਰਵਾਨ ਕਰ ਲੈ। ਜੋ ਹਮ ਬਾਂਦੇ ਮੋਹ ਫਾਂਸ ਹਮ ਪ੍ਰੇਮ ਬਦਨ ਤੁਮ ਬਾਂਦੇ, ਅਸੀਂ ਤੇ ਪ੍ਰਮਾਤਮਾ ਤੇਰੇ ਬੰਦੇ ਹੋਏ ਆ, ਜਿਵੇਂ ਤੂੰ ਬੰਨਣਾ ਚਾਹੁੰਦਾ ਅਸੀਂ ਉਸੇ ਤਰੀਕੇ ਨਾਲ ਬੰਦੇ ਹੋਏ ਆ, ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਵੱਜੇ ਪਏ ਆ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ, ਤੇ ਪ੍ਰਮਾਤਮਾ ਮੈਂ ਤੇ ਤੇਰੇ ਨਾਲ ਜੁੜਿਆ ਹੋਇਆ ਆ। ਤੂੰ ਇੱਥੇ ਪ੍ਰੀਤ ਦੀ ਗੱਲ ਕਰਨੇ, ਪ੍ਰਮਾਤਮਾ ਦੇ ਨਾਲ ਕੀਤੀ ਹੋਈ ਪ੍ਰੀਤ ਦੇ ਨਾਲ ਜਦੋਂ ਪ੍ਰਮਾਤਮਾ ਨਾਲ ਜੁੜਦੇ ਹਾਂ ਤੇ ਪ੍ਰੀਤ ਕਿਹੋ ਜਿਹੀ ਕਰਨੀ ਹੈ। ਮੀਨ ਪਕੜ, देखो समा नहीं है पूरे तौर पर होर व्याख्या कर, मीन पकड़ फांक्यो और काट्यो, रंद कियो बहुबानी, खंड खंड कर भोजन कीनो, तो ना बिसरियो पानी। क्योंकि मच्छी ते जिहड़ी प्रीत है पानी नाल है, बेशक उहनूं टोटे टोटे कर दिते जांदे ने, बेशक उहनूं भुन के भी बना लिया जाता है, लेकिन फिर भी जदों खांदे आ खाण तो बाद भी ਉਹ ਪਾਣੀ ਮੰਗਦੀ ਰਹਿੰਦੀ ਹੈ। ਆਪਣੀ ਪ੍ਰੀਤ ਉਹਦੀ ਪਾਣੀ ਦੇ ਨਾਲ ਹੁੰਦੀ ਹੈ। ਬਸ ਉਸੇ ਤਰੀਕੇ ਦੇ ਨਾਲ ਪ੍ਰਮਾਤਮਾ ਤੇਰੇ ਨਾਲ ਜੇਕਰ ਸਾਡੀ ਪ੍ਰੀਤ ਪੈ ਜਾਵੇ ਤੇ ਫਿਰ ਅਸੀਂ ਤੇਰੇ ਦਰ ਦੇ ਉੱਤੇ ਪ੍ਰਵਾਨ ਹੋ ਸਕਦੇ ਹਾਂ। ਗੁਰੂ ਰਾਮਦਾਸ ਜੀ ਮੋਹ ਨੂੰ ਚਿੱਕੜ ਰੂਪ ਦੇ ਵਿੱਚ ਵੀ ਦੱਸਣਾ ਕੀਤਾ ਹੈ ਕਿ ਪ੍ਰਮਾਤਮਾ ਰਹਿਮਤ ਕਰੇ ਤਾਂ ਹੀ ਇਸ ਚਿੱਕੜ ਦੇ ਵਿੱਚੋਂ, ਮੋਹ ਦੇ ਚਿੱਕੜ ਦੇ ਵਿੱਚੋਂ ਬਚ ਸਕਦੇ ਹਾਂ। ਹਰ ਦਇਆ ਪ੍ਰਭ ਧਾਰੋ, ਪਾਖਣ ਹਮ ਤਾਰੋ, कड़ ले हो शब्द शब्द सो भाए जियो, मोह चीकड़ फाथे निगरत हम जाते, हर बाह प्रभु पकड़ाए जियो। परमात्मा किते बाह फड़ा दे तां कि असीं इस भव सागर दे विचों निकल सकीए। ते गुरुदेव पातशाह ने हरेक तरीके नाल सानू समझाउण दा यतन कीता है। हेत रोग जां का सगल संसारा, इस मोह दा सारा संसार नूं चिंबड़िया होया है, जिस दी फाही ਦੇ ਵਿੱਚ ਫਸਿਆ ਹੋਇਆ ਹੈ ਹਰੇਕ ਜੀਵ। ਗੁਰੂ ਬਚਨਾਂ ਅਨੁਸਾਰ ਗੁਰੂ ਦੇ ਸਿੱਖ ਵਾਸਤੇ ਇੱਕ ਲਪੇਟ ਵਿੱਚ ਫਸਾ ਕੇ ਦੁਖੀ ਹੋਣ ਦੀ ਬਜਾਏ ਇਹ ਸੰਸਾਰ ਨੂੰ ਸਰੂਪੇ ਸਰੋਵਰ ਦੇ ਇਹ ਪਾਣੀ ਵਿੱਚ ਕਮਲ ਫੁੱਲ ਦੇ ਤਰ੍ਹਾਂ ਉਚੇਚਨਾ ਦੀ ਗੱਲ ਕੀਤੀ ਹੈ। ਗੁਰਦੇਵ ਪਾਤਸ਼ਾਹ ਨੇ ਸਾਨੂੰ ਹਰ ਚੀਜ਼ ਨੂੰ ਇੱਕ ਰੂਪ ਦੇ ਅੰਦਰ ਸਮਝਾਉਣਾ ਕੀਤਾ ਹੈ। ਜੈਸੇ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੇ ਕਰਤਾ ਖੇਲ ਰਚਾਇਆ। ਸਾਹਿਬ ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ ਨਾ, ਜਿਵੇਂ ਮਾਤਾ ਦੇ ਪੇਟ ਦੇ ਅੰਦਰ ਅਗਨੀ ਦਾ, ਮਾਤਾ ਦੇ ਪੇਟ ਦੇ ਵਿੱਚ ਰਹਿ ਕੇ ਅਸੀਂ ਪ੍ਰਮਾਤਮਾ ਸਾਨੂੰ ਉੱਥੋਂ ਬਚਾਇਆ ਹੈ। ਜੇਕਰ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ ਫਿਰ ਪ੍ਰਮਾਤਮਾ ਸੰਸਾਰ ਦੇ ਵਿੱਚ ਜਿਹੜੀ ਮਾਇਆ ਹੈ, ਜੇ ਪੇਟ ਦੀ ਅਗਨੀ ਹੈ ਉਸ ਦੇ ਨਾਲ ਬਾਹਰ ਮਾਇਆ ਦੀ ਅਗਨੀ ਹੈ, ਮਾਇਆ ਦੀ ਅਗਨੀ ਦੇ ਵਿੱਚੋਂ ਪ੍ਰਮਾਤਮਾ ਉਹ ਇਸੇ ਤਰੀਕੇ ਨਾਲ ਬਚਾ ਸਕਦੇ ਨੇ। ਜੇਕਰ ਜਿਵੇਂ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਬਚਾਇਆ, ਬਸ ਉਸੇ ਤਰੀਕੇ ਨਾਲ ਸਾਨੂੰ ਬਾਹਰ ਵੀ
ਬਚਾ ਸਕਦੇ ਨੇ। ਤੇ ਬਾਹਰ ਬਚਾਉਣ ਵਾਸਤੇ ਸਾਨੂੰ ਪ੍ਰਮਾਤਮਾ ਦਾ ਸਹਾਰਾ ਲੈਣਾ ਪਵੇਗਾ, ਪ੍ਰਮਾਤਮਾ ਦੇ ਨਾਲ ਜੁੜਨਾ ਪਵੇਗਾ। ਜਦੋਂ ਅਸੀਂ ਪ੍ਰਮਾਤਮਾ ਨਾਲ ਜੁੜਾਂਗੇ ਫਿਰ ਹੋਵੇਗਾ ਕਿ ਇਹਦੇ ਵਿੱਚ ਜਦੋਂ ਪ੍ਰਮਾਤਮਾ ਨਾਲ ਜੁੜਨ ਦੀ ਸ਼ੁਰੂਆਤ ਕਰਾਂਗੇ, ਇਸ ਮਾਇਆ ਦੇ ਪ੍ਰਭਾਵ ਹੇਠ ਮੇਰੀ ਮੇਰੀ ਕਰਤੇ ਜਨਮ ਗਇਓ, ਤੇ ਅਸੀਂ ਪ੍ਰਮਾਤਮਾ ਤੋਂ ਬਚਦੇ ਪਏ ਹਾਂ। ਅਸੀਂ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ, ਬਸ ਸਿਰਫ ਤੇ ਸਿਰਫ ਦੁਨੀਆਦਾਰੀ ਮੋਹ ਦੇ ਵਿੱਚ ਲੱਗ ਕਰਕੇ, ਮੈਂ ਮੇਰੀ ਦੇ ਵਿੱਚ ਪੈ ਕੇ ਇਹ ਮੇਰਾ ਹੈ ਮੇਰਾ ਹੈ। ਦੇਖੋ ਆਮ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਮਾਲਕ ਦਿੰਦਾ ਹੈ ਨਾ, ਉਹਨੂੰ ਕਦੀ ਨਹੀਂ ਅਸੀਂ ਆਖਦੇ, ਉਹਨੂੰ ਦਿੱਤੇ ਨੂੰ ਅਸੀਂ ਕਰਤੇ ਨੂੰ ਕਦੀ ਸਲਾਹੀਦਾ ਨਹੀਂ ਹੈ। ਬਲਕਿ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ, ਮੇਰਾ ਘਰ, ਮੇਰਾ ਬਾਰ, ਮੇਰੀ ਧਨ, ਮੇਰਾ ਜਾਇਦਾਦ, ਸਭ ਕੁਝ ਮੇਰੇ, ਮੇਰੇ ਧੀਆਂ, ਮੇਰੇ ਪੁੱਤ, ਲੇਕਿਨ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ। ਪ੍ਰਮਾਤਮਾ ਨੂੰ ਕਦੀ ਨਹੀਂ ਆਖਿਆ ਕਿ ਪ੍ਰਮਾਤਮਾ ਇਹ ਵੀ ਤੇਰਾ ਹੈ, ਪ੍ਰਮਾਤਮਾ ਪੁੱਤ ਦਿੱਤਾ ਹੈ, ਇਹ ਵੀ ਤੂੰ ਦਿੱਤਾ ਹੈ, ਘਰ ਦਿੱਤਾ ਹੈ, ਰਹਿਣ ਨੂੰ ਰਹਿਣ ਬਸੇਰਾ ਦਿੱਤਾ ਹੈ, ਇਹ ਵੀ ਤੂੰ ਦਿੱਤਾ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਅਸੀਂ ਕਦੀ ਕਰਨ ਨੂੰ ਤਿਆਰ ਨਹੀਂ। ਅਸੀਂ ਸਿਰਫ ਇਹੀ ਤੌਰ ਦੇ ਉੱਤੇ ਆਨੇ ਵੀ ਇਹ ਮੇਰਾ ਆ, ਮੈਨੂੰ ਆ, ਮੈਂ ਬਣਾਇਆ, ਮੇਰਾ ਕੀਤਾ, ਸਾਰਾ ਕੁਝ ਮੈਂ ਕਰਕੇ ਅਸੀਂ ਆਪਣੇ ਜੀਵਨ ਦਾ ਮੋਹ ਵੀ ਪਾਇਆ, ਹੀ ਮੇਰੇ ਕਰਕੇ ਪਾਇਆ। ਮੇਰੇ ਪੁੱਤ, ਮੇਰੀ ਧੀ, ਮੇਰੇ ਘਰ, ਮੇਰਾ ਬਾਰ, ਮੋਹ ਵੀ ਹੈ। ਲੇਕਿਨ ਜੇਕਰ ਇਸੇ ਚੀਜ਼ ਤੋਂ ਅਸੀਂ ਬਾਹਰੇ ਹੋ ਕਰਕੇ ਕਦੀ ਪ੍ਰਮਾਤਮਾ ਨੂੰ ਆਪਣੇ ਸਨਮੁਖ ਬਿਠਾ ਕੇ ਕਿਤੇ, ਜਿਵੇਂ ਅਸੀਂ ਆਮੋ ਸਾਹਮਣੇ ਬੈਠੇ ਨਾ, ਤੇ ਪ੍ਰਮਾਤਮਾ ਨਾਲ ਕਿਤੇ ਆਮੋ ਸਾਹਮਣੇ ਹੋ ਕੇ ਬੈਠਣ ਦਾ ਕਿਤੇ ਮੌਕਾ ਮਿਲੇ, ਮਾਲਕ ਰਹਿਮਤ ਕਰੇ, ਤੇ ਪ੍ਰਮਾਤਮਾ ਦੇ ਕੋਲ ਬੈਠ ਕੇ ਗੱਲ ਕੀਤੀ ਜਾਏ, ਤੇ ਪ੍ਰਮਾਤਮਾ ਸਾਹਮਣੇ ਸਾਨੂੰ ਪੁੱਛੇ ਆਣ ਕੇ ਕਿ ਤੇਰਾ ਕੀ ਹੈ? ਤੇਰਾ ਤਾਂ ਕੁਛ ਵੀ ਨਹੀਂ ਹੈ, ਸਾਡੇ ਦੇ ਕੋਲ ਤਾਂ ਕੁਛ ਵੀ ਨਹੀਂ ਹੈ। ਜਦੋਂ ਕੁਛ ਵੀ ਨਹੀਂ ਹੈ ਸਾਡਾ, ਤੇ ਫਿਰ ਅਸੀਂ ਕਾਹਦੇ ਉੱਤੇ ਮੈਂ ਅਸੀਂ ਕਰਦੇ ਪਏ ਹਾਂ। ਇੱਕ ਉਦਾਹਰਨ ਦੇ ਵਜੋਂ ਰਾਜੇ ਜਨਕ ਦੀ ਸਾਖੀ ਆਪ ਜੀ ਨੇ ਸੁਣੀ ਹੋਵੇਗੀ। ਜਦੋਂ ਰਾਜੇ ਜਨਕ ਦੇ ਕੋਲ ਰਿਸ਼ੀ ਅਸ਼ਟਾਵਕਰ ਨਾ ਆ ਗਿਆ ਚਿੱਤੇ, ਰਿਸ਼ੀ ਅਸ਼ਟਾਵਕਰ ਸੀ, ਰਾਜੇ ਜਨਕ ਦੇ ਕੋਲ ਆਇਆ। ਉਸ ਸਮੇਂ ਉਸਨੇ ਇੱਕ ਸਵਾਲ ਕੀਤਾ ਸੀ ਕਿ ਮੈਨੂੰ ਘੋੜੇ ਦੀ ਲਗਾਮ ਦੇ ਵਿੱਚ ਪੈਰ ਰੱਖ ਕੇ, ਰਕਾਬ ਦੇ ਵਿੱਚ ਪੈਰ ਰੱਖ ਕੇ ਤੇ ਘੋੜੇ ਤੇ ਬੈਠਣ ਤੱਕ ਮੈਨੂੰ ਕੋਈ ਇਹੋ ਜਿਹੜਾ ਗਿਆਨ ਦਵੇਗਾ ਨਾ, ਮੈਂ ਉਹਨੂੰ ਜੋ ਮੰਗੇਗਾ ਮੈਂ ਦਵਾਂਗਾ, ਪਰ ਉਹ ਮੈਨੂੰ ਗਿਆਨ ਦੇ ਦੇਵੇ, ਲੇਕਿਨ ਜੇਕਰ ਨਾ ਦਿੱਤਾ ਗਿਆ ਤੇ ਮੈਂ ਉਹਨੂੰ ਮਰਵਾ ਦੇਵਾਂਗਾ। ਸਾਖੀ ਤੁਸੀਂ ਸੁਣੀ ਹੋਏਗੀ। ਤੇ ਉਹਨਾਂ ਨੇ ਆਖਿਆ, ਬੜੇ ਪੰਡਿਤ ਵਿਦਵਾਨ ਇਕੱਠੇ ਹੋਏ, ਕਈਆਂ ਨੂੰ ਉਹਨਾਂ ਨੇ ਮਰਵਾ ਦੇਣਾ ਕੀਤਾ। ਜਦੋਂ ਰਿਸ਼ੀ ਅਸ਼ਟਾਵਕਰ ਉੱਥੇ ਆਏ ਨਾ, ਤੇ ਅਸ਼ਟਾਵਕਰ ਨੂੰ ਵੇਖ ਕੇ ਸਾਰੇ ਹੱਸਣ ਲੱਗ ਪਏ ਕਿ ਸਿੱਧੇ ਇਹਦੇ ਕੋਲ ਖਲੋਤਾ ਨਹੀਂ ਜਾਂਦਾ, ਤੇ ਇਹਨੇ ਰਾਜੇ ਜਨਕ ਨੂੰ ਗਿਆਨ ਦੇਣਾ। ਕਹਿੰਦੇ ਰਾਜੇ ਨੂੰ ਇਹ ਗੱਲ ਆ ਕਿ ਤੂੰ ਮੇਰੇ ਕੋਲ ਗਿਆਨ ਲੈਣਾ, ਤੇ ਤੂੰ ਮੈਨੂੰ ਗੁਰੂ ਮੰਨੇਗਾ ਤਾਂ ਹੀ ਦਵਾਂਗਾ ਨਾ। ਤੇ ਜੇਕਰ ਆਂਦਾ ਹਾਂ ਬਿਲਕੁਲ, ਅਰੇ ਗੁਰੂ ਧਾਰਨ ਕਰਨ ਤੋਂ ਪਹਿਲਾਂ ਗੁਰੂ ਨੂੰ ਕੁਛ ਨਾ ਕੁਛ ਭੇਟਾ ਦੇਣਾ ਪਵੇਗਾ। ਕਹਿੰਦੇ ਹਾਂ, ਦੇਣ ਨੂੰ ਤਿਆਰ ਹੈ, ਜੋ ਆਖੋ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ, ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰੂੰਗਾ, ਪਰ ਮੈਨੂੰ ਤੁਸੀਂ ਗਿਆਨ ਦਿਓਗੇ ਤਾਂ ਹੀ ਧਾਰਨ ਕਰੂੰਗਾ। ਕਹਿੰਦੇ ਭੇਟਾ ਕੀ ਦੇਗਾ? ਦੇਖੇ ਭੇਟਾ ਜੋ ਮੰਗੋ ਮੈਂ ਦੇਵਾਂਗਾ। ਕਹਿੰਦੇ ਵੀ ਤੂੰ ਦੱਸ ਕੀ ਦੇ ਸਕਦਾ ਹੈ? ਕਹਿੰਦੇ ਮੈਂ ਤੁਹਾਨੂੰ ਰਾਜ ਭੇਟਾ ਕਰਦੇ ਆ। ਹੱਸਣ ਲੱਗੇ, ਕਹਿੰਦੇ ਰਾਜ ਤੇ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ, ਉਹ ਤੇਰਾ ਤੇ ਹੈ ਹੀ ਨਹੀਂ ਆ। ਕਹਿਣ ਲੱਗੇ ਸੋਨਾ ਚਾਂਦੀ ਹੀਰੇ ਜਵਾਹਰਾਤ ਦੇ ਦੇਣਾ, ਕਹਿੰਦੇ ਉਹ ਵੀ ਤੇਰੇ ਨਹੀਂ ਹੈਗੇ। ਮੈਨੂੰ ਤੂੰ ਆਪਣੀ ਉਹ ਚੀਜ਼ ਦੇ ਜਿਹੜੀ ਤੇਰੀ ਆਪਣੀ ਹੋਵੇ, ਜਿਹੜੀ ਤੇਰੀ ਆਪਣੀ ਚੀਜ਼ ਹੋਏ ਉਹ ਮੈਨੂੰ ਦੇ। ਫਿਰ ਉਹਨੇ ਆਖਿਆ ਵੀ ਕਿਹੜੀ ਚੀਜ਼ ਦੇਵਾਂ ਆਪਣੀ? ਕਹਿੰਦੇ ਘਰ ਬਾਰ ਜ਼ਮੀਨ ਜਾਇਦਾਦ, ਕਹਿੰਦੇ ਸਾਰੇ ਪ੍ਰਮਾਤਮਾ ਦੇ ਦੁਨੀਆਦਾਰੀ ਦੇ, ਤੇਰਾ ਕੁਛ ਨਹੀਂ ਹੈਗਾ। ਆਖਿਰਕਾਰ ਨੂੰ ਸਮਝ ਲੱਗੀ, ਕਹਿਣ ਲੱਗੇ ਮੈਂ ਤੁਹਾਡੇ ਅੱਗੇ ਮੈਂ ਆਪਣਾ ਮਨ ਭੇਟਾ ਕਰਦਾ। ਕਹਿਣ ਲੱਗੇ ਜਦੋਂ ਤਨ ਦੀ ਗੱਲ ਕੀਤੀ ਸੀ, ਕਹਿਣ ਲੱਗੇ ਤਨ ਵੀ ਤੇਰੇ ਮਾਤਾ ਪਿਤਾ ਦੇ ਸੰਬੰਧ ਦੇ ਨਾਲ ਤੇਰਾ ਸਰੀਰ ਬਣਿਆ, ਤਨ ਵੀ ਤੇਰਾ ਨਹੀਂ ਹੈਗਾ। ਕਹਿਣ ਲੱਗੇ ਫਿਰ ਮੇਰਾ ਮਨ ਹੀ ਆ ਮੇਰਾ, ਤੇ ਮੈਂ ਇਹੀ ਤੁਹਾਨੂੰ ਅਰਪਣ ਕਰ ਦਿੰਦਾ। ਕਹਿਣ ਲੱਗੇ ਹੁਣ ਆਇਆ ਸਹੀ ਟਿਕਾਣੇ ਦੇ ਉੱਤੇ, ਮਨ ਅਰਪਣ ਕਰਨ ਲੱਗੇ। ਕਹਿੰਦੇ ਹੁਣ ਤੂੰ ਚੁੱਪ ਕਰਕੇ ਤਖਤ ਦੇ ਉੱਤੇ ਬਹਿ ਜਾ। ਕਹਿਣ ਲੱਗੇ ਵੀ ਮੈਂ ਤੇ ਤੁਸੀਂ ਗਿਆਨ ਦੇਣਾ ਸੀ। ਕਹਿਣ ਲੱਗੇ ਅਜੇ ਵੀ ਤੈਨੂੰ ਕੋਈ ਸਮਝ ਨਹੀਂ ਲੱਗੀ। ਕਹਿਣ ਲੱਗੇ
अरे जो मन तेरा मैं चाहता ही नहीं हाँ कि इस घोड़े के उत्ते लगाम दे विच पैर रख के तू घोड़े चढ़, तेरी की जरूरत है तू उत्ते चढ़ जाए। कहण तो भाव कि साडा अपना कुछ नहीं, अपना असीं साडा घर भी अपना नहीं है, बाहर भी अपना, धीआं पुत्त भी अपने ने, वो अपने अपने थां दे उत्ते उन्हां दी अपनी अपनी संबंध है, अपने अपने रिश्तेदारियां अपने आप सारा बनया होया है। अपना साडा जेकर कुछ है ते असीं अपने आप खुद दे विच ही है। साडा मन है, इस मन नूं गुरु दे दर दे उत्ते अर्पण करिए ते गुरु दे कोलों बख्शिशां लईए, फिर अपना कुछ हो सकता है। फिर कुछ हीला वसीला अपने कुछ विचार, देखो कोई भी विचारवान कोई भी विचार भी किसी दे अपने नहीं है, वो भी कितना किते पढ़ के किते ना किते किताब पढ़ी होएगी, कोई ग्रंथ पढ़िया होगा तां उहदे विचार आउंदे ने। लेकिन जेकर गुरु बख्शिश कर देवे विचार भी हो तां ही जीवन दे अंदर आउणगे। ते साहिब कहण लगे, वही गल समझाउण लगे कि साडा अपना ते कुछ भी नहीं है, सानू मोह किहदे उत्ते है, किहदे उत्ते किस लालच दे विच पए आ। मोह दा जो कि ते गुरु पातशाह ने वो गल समझाउणी कीती है कि मेरी मेरी करते जन्म गयो वाली हालत साडी बनी रहिंदी है। मोह दी माया तो बिना करतार दे संसार दा विहार नहीं चलदा। मोह ना होवे तां मां अपने बच्चे नूं लंबे समय तक नहीं पाल सकदी। जेकर मोह, देखो अहीं गल पहले कीती मोह तो बचना है, हुण गल कीती पॉजिटिव, जिवें शुरुआती गल कीती भी वो नुकसानदायक नहीं है। जेकर मोह नहीं होएगा तो असीं अपने बच्चों नूं पाल नहीं सकदे। मां दा मोह अपने बच्चे दे तां ही नहीं होएगी ते ओनू संभाल नहीं सकेगी। जिवें उदाहरण विच गुरबाणी जी आउंदी है कि 20 कोस पर गऊ चराओ, चीत सो बछड़ा राखी ले। 20 कोह दे ते गऊ तुरी फिरदी है, लेकिन ध्यान उहदा बच्चे वाल ही हुंदा है कि मैं अपने बच्चे नूं दुध पिआउणा शाम नूं जाके। बेशक घर दे काम कार इंसान औरत घर दे विच करदी होवे, लेकिन ध्यान उहदा पलंग दे पंघूड़े विच पए होए बच्चे वाल ही रहिंदा है कि मेरा बच्चा रोएगा तो उस वेले सारे काम छड्ड के मां अपने बच्चे कोल आ जाएगी। जेकर बच्चा पतंग चढ़ा रहा है आकाश दे विच ते पतंग आकाश च हथ डोरी दे हथ विच है, लेकिन ध्यान उहदा आकाश दे विच है। बस उसे तरीके दे नाल जे मोह दा सुधरिया होया रूप जिहड़ा है, जेकर मोह ना होवे तां मां अपने बच्चे नूं लंबे समय तक पाल भी नहीं सकदी। संसार दा मोह ना होवे ते मनुख कोलों कीतीआं गईआं संसार दीआं प्राप्तियां वाल तरक्की भी नहीं कर सकेगा। मोह दा सुधरिया रूप जिहड़ा है वो है फर्ज। मनुख दा मोह दा सुधरिया होया रूप जिहड़ा ना वो फर्ज बनदा है। जदों असीं एक दूजे प्रति फर्ज निभाउने, पति पत्नी प्रति फर्ज निभाउंदा है, मां प्यो बच्चों के प्रति फर्ज निभाउंदे ने, बच्चे मां प्यो प्रति फर्ज निभाउंदे ने, गुरु दा सिख गुरु प्रति फर्ज निभाउंदा है ते सिख गुरु दे प्रति फर्ज निभाउंदे ने। ते उहदे नाल की होगा कि सारियां दा मोह आपसी दे विच विकारां दा नहीं बल्कि संस्कारां दा रूप बन जाएगा। विकार नहीं संस्कार हो जावणगे। जो संस्कार बनणगे, जदों साडे फर्ज बनणगे, गुरु प्रति फर्ज बनणगे, मां प्यो प्रति फर्ज बनणगे, भैण भरावां दे प्रति फर्ज बनणगे, वो विकार नहीं रह जाएगा। साडी आम मनुखां वाली हालत मोह विच फसे रहना ही है। साडे च बहुत थोड़ियां दे विच ये मोह तो बचण दी सोझी आउंदी है। ते ये जेकर मोह तो त्यागण समय सानू जो फर्जां दी बिरती बनदी है, अजिही बिरती नूं धन गुरु अर्जन देव जी महाराज जी ने समझाउणा कीता है। पुआर ताप गेरी के बस्तरा आपदा का मारिया गृहस्थ ते नस्ता। आम तौर दे उत्ते जिहड़ा इंसान फर्जां नूं त्यागदा है ना, वो गृहस्थ तो भजदा है। गृहस्थ तो जिहड़ा संभाल नहीं सकदा वो जोगी बनने वास्ते तैयार हो जांदा। जिहड़ा परिवार दे फर्ज नहीं निभाउंदा वो विकारां बिरतियां छड्ड के आप मैं आप भगत बन जाऊंगा, मैं आप परमात्मा नाल मिल जाऊंगा, वो इधर वास्ते भजन वास्ते तुर पैंदा है। सिख इतिहास ते गुरबाणी विच सानू अनेकां साखियां प्राप्त हुंदियां ने। उपदेशां तो सानू गृहस्थ धर्म वाल प्रेरणा कर्तव्य निभाउण दे मोह तो बच के रहण वालियां भी गल्लां इतिहास दीयां साखियां मिलदियां ने। देखो साडा इतिहास जिहड़ा है ना, गुरबाणी ते इतिहास सानू हर पक्ष दी सोच दिंदा है। भाई भिखारी जी दी जिहड़ी साखी आउंदी है, एक आदर्शक जीवन दी साखी
दर्शाउंदी है कि किवें परमात्मा की मेहर ते सदका इन्नी सोझी सी कि परमात्मा एक पासे अपने पुत का दिने विआह करके आउंदा है ते घर दे अंदर खुशियां मनाइयां जा रही ने ते वो घर दे अंदर शामां नूं फूड़ी तैयार करदा पिया है ते हुण ਉਹਦੇ नाल दे सारे सज्जन वेली आखदे हाँ घर दे अंदर इन्ना खुशी का माहौल है तो तू घर दे चिकलैणपुणा की करदा पिया तू फूड़ी तैयार करदा पिया तेरे घर कोई ये फूड़ी ते उन्हां घर हुंदियां तैयार जिहदे घर मौत हुंदी होए ते तू अपने घर फूड़ी तैयार करदा पिया ते ਉਹ ਉਸ ਨੂੰ ਸਮੇਂ ਜਾਣਦਾ ਸੀ ਕਿ ਮੇਰੇ ਘਰ ਕੀ ਭਾਣਾ ਵਾਪਰਨ ਵਾਲਾ ਹੈ ਹੁਣ ਜਿਹੜਾ ਪੁੱਤ ਵਿਆਹ ਕਰਕੇ ਆਇਆ ਹੈ ਉਸ ਦੀ ਬਾਅਦ ਚ ਮੌਤ ਹੋ ਜਾਂਦੀ ਹੈ ਤੇ ਮੌਤ ਹੋਣ ਤੋਂ ਬਾਅਦ ਫਿਰ ਉਹੀ ਭਾਈ ਭਿਖਾਰੀ ਆਪਣੇ ਪੁੱਤ ਨੂੰ ਸੰਸਕਾਰ ਦੇ ਵੱਲ ਉਸੇ ਫੂੜੀ ਦੇ ਉੱਤੇ ਪਾ ਕੇ ਲੈ ਜਾਂਦਾ ਹੈ ਜਦੋਂ ਹੁਕਮ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਮਾਇਆ ਦੇ ਬਾਰੇ ਵਿੱਚ ਅਵਸਥਾ ਦੇ ਬਾਰੇ ਪਤਾ ਲੱਗਦਾ ਹੈ ਫਿਰ ਅਵਸਥਾ बन आउंदियां ने जब कछ पावे तब गर्भ करत है माया गई तब रोवन लगत है असल दे विच ਅਸੀਂ ਸੰਸਾਰਿਕ ਮੋਹ ਦੇ ਵਿੱਚ ਜੇਕਰ ਫਸੇ ਰਵਾਂਗੇ ਜਦੋਂ ਅਸੀਂ ਕੁਝ ਪ੍ਰਾਪਤੀ ਕਰਾਂਗੇ ਤਾਂ ਸਾਨੂੰ ਐਵੇਂ ਲੱਗੇਗਾ ਕਿ ਸਾਨੂੰ ਬਹੁਤ ਪ੍ਰਾਪਤੀ ਹੋਈ ਹੈ ਲੇਕਿਨ ਜਦੋਂ ਸਾਡੇ ਕੋਲੋਂ ਕੁਝ ਵਿਛੜੇਗਾ ਤੇ ਸਾਨੂੰ ਐਵੇਂ ਲੱਗੇਗਾ ਕਿ ਮਾਇਆ ਗਈ ਤਬ ਰੋਵਨ ਲੱਗਤ ਹੈ ਫਿਰ ਸਾਡੇ ਜੀਵਨ ਦੇ ਅੰਦਰ ਵਿਕਾਰਾਂ ਪ੍ਰਤੀਵਰਤੀ ਹੋਏਗੀ ਗੁਰੂ ਦੇ ਸਿੱਖ ਵਾਸਤੇ ਹੁਕਮ ਹੈ ਕਿ ਉਹ ਹਰੇਕ ਅਵਸਥਾ ਵਿੱਚ ਪਰਮਾਤਮਾ ਜੀ ਦੇ ਨਾਲ ਜੁੜਿਆ ਰਵੇ ਪਰਮਾਤਮਾ ਦੇ ਭਾਣੇ ਵੱਲ ਦੁੱਖ ਸੁੱਖ ਨੂੰ ਇੱਕ ਕਰਕੇ ਮੰਨਦਾ ਰਵੇ ਉਸੇ ਅਵਸਥਾ ਦੇ ਵਿੱਚ ਪਰਮਾਤਮਾ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਸਮੇਂ ਬਹੁਤ ਅਜਿਹੇ ਤਿਆਗੀ ਸਿੱਖ ਸਨ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਟਿਕੇ ਉਹਨਾਂ ਨਾਲ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਬਿਰਤੀ ਦੇ ਵਿੱਚ ਪੈਦਾ ਕਰਤੇ ਰਹੇ ਤੇ ਉਸ ਸਮੇਂ ਭਾਵਨਾ ਦੇ ਨਾਲ ਜੁੜਦਿਆਂ ਹੋਇਆਂ ਉਹਨਾਂ ਦੇ ਨਾਲ ਜੁੜ ਕੇ ਗੁਰੂ ਪਾਤਸ਼ਾਹ ਦਰ ਦੇ ਉੱਤੇ ਅਰਦਾਸਾਂ ਬੇਨਤੀਆਂ ਕੀਤੀਆਂ ਸਮਝਾਇਆ ਗੁਰੂ ਪਾਤਸ਼ਾਹ ਨੇ ਵੀ ਹਰ ਤਰੀਕੇ ਨਾਲ ਸਮਝਾਉਣ ਦਾ ਜ਼ਿਕਰ ਕੀਤਾ ਸੀ ਰੋਜ਼ਾਨਾ ਰਹਿਰਾਸ ਸਾਹਿਬ ਚ ਪੜ੍ਹਦੇ ਹਾਂ ਤਿਤ ਸਰਬ ਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਅਦੇ ਸੰਸਾਰ ਭਵ ਸਾਗਰ ਜਿਹੜਾ ਹੈ ਨਾ ਇੱਕ ਚਿੱਕੜ ਦਾ ਜੋ ਕਿ ਸਰੋਵਰ ਬਣਿਆ ਹੋਇਆ ਹੈ ਭਰਿਆ ਪਿਆ ਹੈ ਇਹਦੇ ਚ ਕੀ ਆ ਪੰਕਜ ਮੋਹ ਜਿਹੜਾ ਚਿੱਕੜ ਪਿਆ ਉਹ ਕਹਿੰਦਾ ਮੋਹ ਦਾ ਪੱਗ ਨਹੀਂ ਚੱਲੈ ਸਾਡੇ ਪੈਰ ਚੱਲਦੇ ਨਹੀਂ ਹਮ ਦੇਖਾ ਤਹਿ ਡੂਬੀ ਅਲੇ ਅਸੀਂ ਦੇਖਦੇ ਪਏ ਹਾਂ ਅਸੀਂ ਡੁੱਬਦੇ ਪਏ ਹਾਂ ਮੋਹ ਦੇ ਵਿੱਚ ਵਿਕਾਰਾਂ ਦੇ ਵਿੱਚ ਅਸੀਂ ਡੁੱਬਦੇ ਪਏ ਹਾਂ ਕੋਸ਼ਿਸ਼ ਕਰਨੀ ਹੈ ਸਤਿਗੁਰੂ ਜੀ ਰਹਿਮਤ ਕਰਨ ਅਸੀਂ ਇਸ ਵਿਕਾਰਾਂ ਤੋਂ ਬਚ ਸਕੀਏ ਇਹਨਾਂ ਵਿਕਾਰਾਂ ਨੂੰ ਅਸੀਂ ਨੈਗੇਟਿਵ ਨਹੀਂ ਲੈਣਾ ਇਹਨਾਂ ਨੂੰ ਪੋਜ਼ਿਟਿਵ ਬਣਾ ਕਰਕੇ ਇਹਨਾਂ ਤੋਂ ਲਾਹਾ ਲੈ ਕਰਕੇ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਅਸੀਂ ਇਹਨਾਂ ਵਿਕਾਰਾਂ ਨੂੰ ਆਮ ਤੌਰ ਦੇ ਉੱਤੇ ਲੋਕਾਂ ਨੂੰ ਡਰਾਉਣ ਜਾਂ ਲੋਕਾਂ ਨੂੰ ਸਿੱਧੇ ਰਸਤੇ ਵਿੱਚ ਪਾਉਣ ਦੀ ਥਾਂ ਤੇ ਉਹਨਾਂ ਨੂੰ ਲੋਕਾਂ ਡਰਾ ਕੇ ਲੋਕਾਂ ਦਾ ਇੰਨਾ ਕੁ ਬਣਾਇਆ ਹੈ ਕਿ ਹਊਆ ਬਣਾ ਕੇ ਦਿੱਤਾ ਹੈ ਲੇਕਿਨ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਡਰਾਉਣ ਦੀ ਗੱਲ ਨਹੀਂ ਕੀਤੀ ਬਲਕਿ ਲੋਕਾਂ ਨੂੰ ਸਮਝਾਉਣ ਦੀ ਗੱਲ ਦੱਸੀ ਹੈ ਕਿ ਭਲਿਓ ਉਹਨਾਂ ਦਾ ਕੰਮ ਆ ਵਿਕਾਰ ਜੇਕਰ ਇਸ ਤਰੀਕੇ ਨਾਲ ਕਰਾਂਗੇ ਤੇ ਇਹਦੇ ਆ ਨਤੀਜੇ ਨਿਕਲਣਗੇ ਜੇਕਰ ਉਹਨੂੰ ਸਹੀ ਤਰੀਕੇ ਨਾਲ ਤੁਰਾਂਗੇ ਤੇ ਉਹਦੇ ਆ ਨਤੀਜੇ ਨਿਕਲਣਗੇ ਤੁਸੀਂ ਹੁਣ ਦੇਖਣਾ ਕਿ ਕਿਹੜੇ ਨਤੀਜੇ ਕੱਢਣੇ ਆ ਤੁਸੀਂ ਸਹੀ ਪਾਸੇ ਤੁਰਨਾ ਜਾਂ ਗਲਤ ਪਾਸੇ ਤੁਰਨਾ ਗੁਰੂ ਪਾਤਸ਼ਾਹ ਨੇ ਫੈਸਲਾ ਸਾਡੇ ਉੱਤੇ ਛੱਡ ਦਿੱਤਾ ਸਾਨੂੰ ਹਰੇਕ ਗੱਲ ਨਿੱਕੀ ਨਿੱਕੀ ਗੱਲ ਗੁਰਬਾਣੀ ਗੁਰ ਇਤਿਹਾਸ ਦੇ ਰਾਹੀਂ ਹਰੇਕ ਗੱਲ ਸਮਝਾਉਣਾ ਕੀਤੀ ਹੈ ਕਿ ਮੇਰੇ ਪੁੱਤਰ ਮੇਰੇ ਧੀਓ ਤੁਸੀਂ ਆਰਾਮ ਦੇ ਨਾਲ ਆ ਕਾਰਜ ਇਸ ਤਰੀਕੇ ਨਾਲ ਕਰੋਗੇ ਤੇ ਤੁਹਾਨੂੰ ਆ ਪ੍ਰਾਪਤੀ ਹੋਏਗੀ ਬਾਕੀ ਗੁਰੂ ਪਾਤਸ਼ਾਹ ਰਹਿਮਤ ਕਰਨ ਸਾਨੂੰ ਸੋਝੀ ਬਖਸ਼ਣ ਤਾਂ ਕਿ ਅਸੀਂ ਸਹੀ ਰਸਤੇ ਦੇ ਉੱਤੇ ਕਿਉਂਕਿ ਗੁਰਬਾਣੀ ਅਗਾਧ ਬੋਧ ਹੈ ਗੁਰਬਾਣੀ ਨੂੰ ਕੋਈ ਇਹ ਨਹੀਂ ਆਖ ਸਕਦਾ ਕਿ ਜੋ ਮੈਂ ਬਿਆਨ ਕੀਤਾ ਉਹ ਹੋਰ ਕੋਈ ਕਰ ਨਹੀਂ ਸਕਦਾ ਇੱਥੇ ਤੇ ਇੱਕ ਤੋਂ ਇੱਕ ਚੜ੍ਹੇਂਦੀਆਂ ਰੂਹਾਂ ਮਾਲਕ ਨੇ ਪੈਦਾ ਕੀਤੀਆਂ ਆ ਤੇ ਪਤਾ ਨਹੀਂ ਕਿਹਦੇ ਉੱਤੇ ਕਿੰਨੀ ਕਿਰਪਾ ਹੋ ਜਾਣੀ ਹੈ ਕਿੰਨਾ ਕਿਸ ਰੂਪ ਦੇ ਵਿੱਚ ਕਿਹੜਾ ਕੋਈ ਕਿਸੇ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਰਹਿਮਤ ਕਰਨ ਸਾਨੂੰ ਆਪਣੇ ਦਰਦ ਘਰ ਦੇ ਅੰਦਰ ਕੁਝ ਨਾ ਕੁਝ ਬਖਸ਼ਿਸ਼ ਕਰ ਦੇਣ ਕਿਤੇ ਕਿਣਕਾ ਇੱਕ ਰਹਿਮਤ ਦਾ ਪਾ ਦੇਣ ਤਾਂ ਕਿ ਆਪਣੇ ਜੀਵਨ ਦੇ ਅੰਦਰ ਸਹੀ ਰਸਤੇ ਦੇ ਉੱਤੇ ਤੁਰਦਿਆਂ ਹੋਇਆਂ ਸਹੀ ਸੇਧ ਲੈ ਕਰਕੇ ਗੁਰਬਾਣੀ ਦੇ ਸਹੀ ਪੱਖ ਸਹੀ ਪਹਿਲੂ ਉਹਨਾਂ ਨੂੰ ਆਪਣੇ ਜੀਵਨ ਦਾ ਧਾਰਨ ਕਰਕੇ ਸੁਚੱਜੇ ਮਾਰਗ ਦੇ ਉੱਤੇ ਤੁਰ ਸਕੀਏ ਸੋ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਚੁੱਕਾ ਹੁੰਦੀਆਂ ਨੇ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ।